ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ। ਸੋ ਨੰਬਰ 2 ਤੇ ਮੈਂ 2 ਹੀ ਸੁਝਾਅ ਦੇਣਾ ਚਾਹੁੰਦਾ ਹੈ। ਵਾਹਿਗੁਰੂ ਜੀ ਪਲੀਜ਼ ਵੀਰਾਂ ਨੂੰ ਸੁਣੋ, ਆਪਸ ਵਿੱਚ ਗੱਲਾਂ ਨਾ ਕਰੋ, ਜਿੱਥੇ ਵੀ ਬੈਠੇ ਹੋ ਬੈਠੇ ਰਹੋ ਪਲੀਜ਼, ਟੇਬਲ ਚੇਂਜ ਨਾ ਕਰੋ। ਹਾਂਜੀ ਵੀਰ ਜੀ, ਸੌਰੀ, ਕੰਟੀਨਿਊ। ਤੁਹਾਨੂੰ 2 ਹੀ ਸੁਝਾਅ ਦੇਣਾ ਚਾਹੁੰਦਾ, ਬਹੁਤਾ ਲੰਮਾ ਚੌੜਾ ਤਾਂ ਮੈਂ ਕੋਈ ਗੱਲ ਕਰਨੀ ਨਹੀਂ। ਭਰਾਵੋ, ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਇਹ ਸੰਘਰਸ਼ ਬੜੇ ਲੰਮੇ ਸਮੇਂ ਤੋਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਹੈ। ਇਹਦੇ ਵਿੱਚ 42-43 ਜਥੇਬੰਦੀਆਂ ਦਾ ਬਹੁਤ ਵਧੀਆ ਸਹਿਯੋਗ ਹੈ। ਤੁਹਾਨੂੰ ਕਿਸੇ ਗੱਲ ਦਾ ਕੋਈ ਇੱਦਾਂ ਦਾ ਮਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕੋਈ ਬਈ ਆਪਣਾ ਜਿਹੜਾ ਸੰਘਰਸ਼ ਹੈ ਇਹ ਕਿਸੇ ਚੀਜ਼ 'ਚ ਕੋਈ ਔਗਣ ਹੈ, ਕੋਈ ਅੜਚਣਾ, ਕੋਈ ਅੜਿੱਕੇ ਹੈ। ਐਡੇ ਵੱਡੇ ਲੰਮੇ ਸੰਘਰਸ਼ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਕਿ ਆਪਾਂ ਦੇਖਦੇ ਹਾਂ, ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ, ਮੀਡੀਆ ਤੋਂ ਸੁਣਦੇ ਹਾਂ, ਇਹੋ ਜਿਹੀਆਂ ਹੁੰਦੀਆਂ ਹੀ ਰਹਿੰਦੀਆਂ। ਆਪਾਂ ਨੂੰ ਬਹੁਤਾ ਕੋਈ ਇੱਦਾਂ ਦਾ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕੋਈ ਆਪਾਂ ਦਾ ਚੜਾ ਗੱਲਾਂ ਇਹਦੇ ਬਾਰੇ ਨਹੀਂ ਸੋਚਣੀਆਂ ਚਾਹੀਦੀਆਂ। ਸੋ ਆਪਣੀ ਲੀਡਰਸ਼ਿਪ ਜਿਹੜੀ ਇੰਨੇ ਚਿਰ ਤੋਂ ਇਹ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਇਹਨੇ ਇਤਿਹਾਸ ਰਚਤਾ। ਐਡਾ ਵੱਡਾ ਦੁਨੀਆ 'ਤੇ ਕੋਈ ਅੰਦੋਲਨ ਸ਼ਾਂਤਮਈ ਨਹੀਂ ਚੱਲਿਆ। ਇਹ ਇੱਕ ਇਤਿਹਾਸ ਬਣ ਚੁੱਕਿਆ ਹੈ। ਸਾਨੂੰ ਸਾਡੇ ਲੀਡਰਾਂ 'ਤੇ ਜਿਹੜੇ 40-45 ਜਥੇਬੰਦੀਆਂ ਦੇ ਲੀਡਰ ਇਸ ਦੀ ਅਗਵਾਈ ਕਰ ਰਹੇ ਆ, ਸਾਨੂੰ ਉਹਨਾਂ 'ਤੇ ਪੂਰਨ ਵਿਸ਼ਵਾਸ ਰੱਖ ਕੇ ਸਾਨੂੰ ਉਹਨਾਂ ਦੀ ਇੱਥੇ ਬੈਠਿਆਂ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਇੱਦਾਂ ਤੇ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਉਹ ਤੋਂ ਆਪਣੀ ਮਨ ਘੜਤ ਕਹਾਣੀਆਂ ਬਣਾਉਣੀਆਂ ਚਾਹੀਦੀਆਂ। ਸੋ ਨੰਬਰ 2 'ਤੇ ਇੱਕ ਤਾਂ ਇਹ ਗੱਲ ਆ ਵੀ ਆਪਾਂ ਉਹਨਾਂ ਵਿੱਚ ਪੂਰਨ ਵਿਸ਼ਵਾਸ ਰੱਖੀਏ। ਜਥੇਬੰਦੀਆਂ ਜੋ ਕਰਨਗੀਆਂ ਉਹ ਠੀਕ ਕਰਨਗੀਆਂ, ਇਹ ਆਪਾਂ ਨੂੰ ਦ੍ਰਿੜ ਵਿਸ਼ਵਾਸ ਚਾਹੀਦਾ। ਸੋ ਨੰਬਰ 2 'ਤੇ ਮੈਂ ਤੁਹਾਨੂੰ ਇੱਕ ਹੋਰ ਸੁਝਾਅ ਦਊਂਗਾ। ਅੱਜ ਦਾ ਜੋ ਮੁੱਦਾ ਹੈ ਵੀ ਆਪਾਂ ਇਸ ਸੰਘਰਸ਼ ਵਾਸਤੇ ਇੱਥੇ ਬੈਠੇ ਕੀ ਕਰ ਸਕਦੇ ਹਾਂ। ਮੈਂ ਤੁਹਾਨੂੰ ਦੱਸਾਂ, ਆਪਾਂ ਅਮਰੀਕਾ ਦੇ ਵਿੱਚ ਲਗਭਗ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ 2-4 ਪਰਿਵਾਰ ਆਪਾਂ ਇੱਥੇ ਹੈਗੇ ਹਾਂ। ਹਰ ਪਿੰਡ ਦੇ ਵਿੱਚੋਂ ਪੰਜਾਬ ਦੇ ਆਪਾਂ ਇੱਥੇ ਬੈਠੇ ਹਾਂ। ਆਪਾਂ ਲੱਭਣਾ ਇਹ ਤੁਸੀਂ ਸੋਚੋ ਅੱਜ ਤੱਕ ਦੇ ਇਸ ਅੰਦੋਲਨ ਦੇ ਵਿੱਚ ਸਰਕਾਰ 'ਤੇ ਕਿੰਨਾ ਕੁ ਅਸਰ ਹੋਇਆ, ਇਹ ਆਪਾਂ ਭਲੀ ਭਾਂਤ ਜਾਣਦੇ ਹਾਂ। ਸਾਡਾ ਜੋ ਖੇਤੀਬਾੜੀ ਮੰਤਰੀ ਹੈ, ਕੱਲ੍ਹ ਦੀ ਹਜੇ ਗੱਲ ਹੈ, ਉਹ ਹਜੇ ਐਂ ਪੁੱਛਦਾ ਮੈਨੂੰ ਦੱਸੋ ਇਸ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਉਹ ਇਹ ਗੱਲ ਹਜੇ ਪੁੱਛਦਾ। ਉਹ ਸਰਕਾਰ ਦੇ ਆਪਾਂ ਉਹਦੀ ਮਾਨਸਿਕਤਾ ਸਮਝ ਸਕਦੇ ਹਾਂ, ਸਰਕਾਰ ਦੀ ਨੀਤ ਤੇ ਨੀਤੀ ਸਮਝ ਸਕਦੇ ਹਾਂ। ਸੋ ਭਰਾਵੋ, ਇਹ ਜਿਹੜਾ ਅੰਦੋਲਨ ਹੈ ਇਹ ਕੋਈ ਅੱਜ ਭਲਕ ਮੁੱਕਣ ਵਾਲਾ ਨਹੀਂ ਆ। ਸਰਕਾਰ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕਦੀ। ਸੋ ਆਪਾਂ ਇੱਕ ਜ਼ਿੰਮੇਵਾਰੀ ਸਮਝੀਏ, ਆਪਾਂ ਆਪਣੇ ਪਿੰਡਾਂ ਦੇ ਵਿੱਚ ਅਸੀਂ ਸਹਿਯੋਗ ਕੀਤਾ ਹੈ, ਸਾਰੇ ਸਹਿਯੋਗ ਕਰੀਏ। ਉੱਥੇ ਜਥੇਬੰਦੀਆਂ ਨੂੰ ਜਾਂ ਆਪਾਂ ਕਿਸੇ ਪੰਚਾਇਤ ਨੂੰ ਜਾਂ ਕਿਸੇ ਆਪਣੇ ਨਜ਼ਦੀਕੀ ਨੂੰ ਉਹਨਾਂ ਦੀ ਆਪਾਂ ਜਿਸ ਤਰ੍ਹਾਂ ਤਰੀਕੇ ਨਾਲ ਮਦਦ ਕਰ ਸਕਦੇ ਹਾਂ, ਉੱਥੋਂ ਦੇ ਜੱਥੇ ਬਣਾ ਕੇ ਉਹ ਜਾਣ, ਕੋਈ 10 ਬੰਦੇ ਜਾਣ, 10 ਬੰਦੇ ਮੁੜੇ ਆਉਣ, ਇੱਦਾਂ ਦੀ ਆਪਾਂ ਉਹਨਾਂ ਨੂੰ ਹੈਲਪ ਕਰੀਏ। ਕਿਉਂਕਿ ਉੱਥੇ ਆਪਣੀ ਕਿਸਾਨੀ ਦਾ ਪਤਾ ਵਿਚਾਰੇ ਇੰਨਾ ਆਫਰਸ ਨਹੀਂ ਕਰ ਸਕਦੇ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਮੈਂ ਤੁਹਾਨੂੰ ਇਹੀ ਜਿਹਾ ਰਾਏ ਦੇਣੀ ਚਾਹੁੰਦਾ। ਨੰਬਰ 2, ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਹੈ। ਕਈ ਬੜੇ ਸਭ ਬੁਲਾਰਿਆਂ ਨੇ, ਮੈਥੋਂ ਪਹਿਲੇ ਬੁਲਾਰਿਆਂ ਨੇ ਬੜੀ ਵਧੀਆ ਰਾਏ ਦਿੱਤੀ ਹੈ। ਇੱਕ ਖਾਲਸਾ ਜੀ ਦਾ ਇੱਕ ਆਇਆ ਸੀ ਸੁਝਾਅ ਵੀ ਆਪਾਂ UNO ਤੱਕ ਜਥੇਬੰਦੀ ਬਣਾਈਏ। ਮੈਨੂੰ ਬੜਾ ਵਧੀਆ ਲੱਗਿਆ ਵੀ ਆਪਾਂ UNO ਤੱਕ ਅਪਰੋਚ ਕਰੀਏ। ਬਹੁਤ ਵਧੀਆ ਹੈ, ਮੈਂ ਉਸ ਗੱਲ ਦੀ ਪ੍ਰੋੜਤਾ ਕਰਦਾ। ਸੋ ਆਪਾਂ ਇੱਦਾਂ ਸਾਰੇ ਜਿਵੇਂ ਜਥੇਬੰਦੀ ਬਣਾ ਕੇ ਇੱਥੋਂ ਦੇ ਆਪਾਂ ਜਿਹੜੇ, ਮੈਨੂੰ ਬਾਹਲਾ ਤਾਂ ਪਤਾ ਨਹੀਂ, ਮੈਂ ਅਮਰੀਕਾ 'ਚ ਨਵਾਂ ਜਿਹਾ ਹੀ ਆਇਆ। ਸੋ ਇੱਥੋਂ ਦੇ ਜੋ ਆਪਣਾ ਹੈਗਾ ਰਾਜਦੂਤ ਪੰਜਾਬ, ਹਾਂ ਮੈਂ ਗੱਲ ਨਿਬੇੜਦਾ। ਜੋ ਇੱਥੋਂ ਦਾ ਆਪਣਾ ਅੰਬੈਸਡਰ ਹੈ ਆਪਣੇ ਇੰਡੀਆ ਦਾ, ਆਪਾਂ ਉਹ ਤੱਕ ਵੀ ਜੋ ਇੱਥੇ ਹੋਈਆਂ ਆਪਣੇ ਨਾਲ ਵਧੀਕੀਆਂ, ਉੱਥੇ ਜਿਵੇਂ ਉਹ ਜੇਲ੍ਹਾਂ 'ਚ ਮੁੰਡੇ ਬੰਦ ਹੈ ਜਾਂ ਉਹਨਾਂ ਦੇ ਜੋ ਵੀ ਸਾਰੇ ਉੱਥੇ ਹੋ ਰਿਹਾ ਹੈ, ਕਿਸਾਨਾਂ ਨਾਲ ਅਨਿਆਏ, ਆਪਾਂ ਉੱਥੋਂ ਤੱਕ ਅਪਰੋਚ ਕਰੀਏ। ਕੁਝ ਬੜਾ ਇੱਦਾਂ ਦਾ ਤੁਸੀਂ ਸਾਰੇ ਸਮਝਦਾਰ ਬੰਦੇ ਬੈਠੇ ਹੋ। ਸੋ ਇੱਦਾਂ ਦੀ ਕੋਈ ਜਥੇਬੰਦੀ ਬਣਾ ਕੇ ਆਪਾਂ ਹਾਈ ਕਮਿਸ਼ਨਰ ਤੱਕ ਆਪਣੇ ਤੱਕ ਵੀ ਅਪਰੋਚ ਕਰੀਏ। ਸੋ ਮੈਂ ਇੱਕ ਆਪਣੇ ਨਾਲ ਕੌਂਸਲਰ ਸਾਹਿਬ ਇੱਥੇ ਬੈਠੇ ਬੜੀ ਵਧੀਆ ਰਾਏ ਦੇ ਕੇ ਗਏ ਆ, ਉਹ ਵੀ ਵੀ ਆਪਾਂ ਲਿਖਤੀ ਰੂਪ ਦੇ ਵਿੱਚ ਸਾਰੀਆਂ ਬਣਾ ਕੇ ਦਈਏ। ਸੋ ਇੰਨੀ ਗੱਲ ਮੈਂ ਤੁਹਾਨੂੰ ਸੁਝਾਅ ਦਊਂਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਆਪਾਂ ਇੱਥੇ ਆਪਦੇ ਲੈਵਲ 'ਤੇ ਜਿਹੜੇ ਸਾਡੇ ਅਫੀਸ਼ੀਅਲਸ ਨੇ ਆਪਾਂ ਉਹਨਾਂ ਤੋਂ ਸਪੋਰਟ ਕਿਵੇਂ ਲੈ ਸਕਦੇ ਹਾਂ। ਸੋ ਜਿਹੜੇ ਕੁਛ ਸਾਡੇ ਅਫੀਸ਼ੀਅਲਸ
ਉਹਨਾਂ ਨੇ ਸਪੋਰਟ ਦਿੱਤੀ। ਸਿਰਫ ਇੱਕ ਮਿੰਟ ਦੀ ਉਹਨਾਂ ਦੀ ਵੀਡੀਓ ਅਸੀਂ ਜ਼ਰੂਰ ਇੱਥੇ ਚਲਾਉਣਾ ਚਾਹੁੰਦੇ ਹਾਂ। ਡੇਵਿਡ ਵਾਲਾਡੇਓ ਤੁਸੀਂ ਜਾਣਦੇ ਹੋਗੇ ਸਾਡੇ ਕਾਂਗਰਸਮੈਨ ਨੇ, ਬਹੁਤ ਹੀ ਭਰਵੇਂ ਹੰਗਾਰੇ ਦੇ ਨਾਲ ਉਹਨਾਂ ਨੇ ਕਿਸਾਨਾਂ ਦੀ ਸਪੋਰਟ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਡੈਫੀਨਿਟਲੀ ਇਹ ਮੁੱਦਾ ਉੱਥੇ ਜਾ ਕੇ ਇਹ ਹਾਊਸ ਦੇ ਵਿੱਚ ਉਠਾਉਣਗੇ। Hi, this is Congressman David Valadao from Hanford, California. As a farmer myself, I personally understand the importance of farmers in our communities. I want you all to know that I am aware of the current situation in India, and I stand in support of the Punjabi farmers who are fighting for their livelihood. I find it deeply upsetting that the Indian government is violating their right to express their concerns by harassing, attacking, and silencing protesters. The right to peacefully protest is a bedrock principle to a democratic government, and I urge the Indian government to respect and recognize that. I am ready and willing to work with my colleagues in Congress to fight for these very basic human rights. ਹਾਂਜੀ, ਇੱਕ ਸਾਡੇ ਬੇਕਰਸਫੀਲਡ ਦੇ ਮੇਅਰ ਨੇ ਜੀ ਕੈਰਨ ਗੋ, ਸ਼ਾਇਦ ਤੁਸੀਂ ਵੀਡੀਓ ਆਲਰੇਡੀ ਦੇਖ ਲਈ ਹੋਣੀ ਹੈ। ਇਹਨਾਂ ਦਾ ਜਨਮ ਵੀ ਇੰਡੀਆ ਦਾ ਸੀਗਾ, ਉਹਨਾਂ ਨੇ ਦੱਸਿਆ ਇਸ ਵੀਡੀਓ ਦੇ ਵਿੱਚ। ਬਹੁਤ ਹੀ ਪੋਜ਼ਿਟਿਵ ਮੈਸੇਜ ਦਿੱਤਾ ਜੀ ਉਹਨਾਂ ਨੇ। ਸੋ ਸਾਨੂੰ ਜ਼ਰੂਰ ਇਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਤਾਂ ਕਿ ਜਿਹੜੇ ਬਾਕੀ ਦੇ ਅਫੀਸ਼ੀਅਲ ਨੇ ਉਹ ਵੀ ਸਾਡੀ ਸਪੋਰਟ ਦੇ ਵਿੱਚ ਆਉਣ। ਮਸਾਂ ਹੀ ਮਿੰਟ 2 ਮਿੰਟ ਦਾ ਮੈਸੇਜ ਹੈ ਜੀ, ਇਹ ਵੀ ਜ਼ਰੂਰ ਸੁਣਿਓ। Hello, farmers in India. My name is Karen Go. I am the mayor of the city of Bakersfield, located in the state of California in the United States. I was born in India. As a daughter of India, I am very concerned about the farmers in my home country. Farmers in India, I stand in solidarity with you. Bakersfield is a farming community. We understand how valuable farmers are. Farmers, you are our undertas. You feed the world. I urge the Indian government to let farmers peacefully protest, and I urge the Indian government to repeal unjust farming laws. Kisan Ekta Zindabad. Thank you, Mayor. And thank you to David Valadao for supporting our farmers' protest in Delhi. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਤੇ ਅਲਸਬਰਡੇ ਗੁਰੂ ਘਰ ਵੱਲੋਂ ਕੰਗ੍ਰੈਚੁਲੇਟ ਕਰਦੇ ਸਾਰੇ ਜਿਹੜੇ ਕਿ ਆਰਗੇਨਾਈਜੇਸ਼ਨ ਜਿਹੜੇ ਕੀਤਾ ਗਿਆ, ਜਿਹੜਾ ਕਿ ਦੁਬਾਰਾ ਵੀ ਹੁਣੇ ਵੀ ਤੁਸੀਂ ਸੁਣਿਆ ਕਿ ਐਨ ਫਾਰਮਰਸ ਵੱਲੋਂ ਵੀ ਸੁਣਿਆ ਕਿ ਜਿਹੜੇ ਕਿ ਉਹਨਾਂ ਨੂੰ ਜ਼ਰੂਰਤ ਇੱਕ ਹੈਗੀ ਹੈ ਕਿ ਉਹ ਹੈਗੀ ਕਿ ਵੌਇਸ ਜਿਹੜੇ ਕਿ ਅਮਰੀਕਨ ਗਵਰਨਮੈਂਟ ਵੱਲੋਂ ਪਾਸੋਂ। ਜਦੋਂ ਇਹ ਸ਼ੁਰੂ ਹੋਇਆ ਸੀ ਦਸੰਬਰ 4 ਨੂੰ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜੋ ਚੇਅਰਮੈਨ ਨੇ ਗੈਰਮੈਂਡੀ ਐਂਡ ਤੁਹਾਡੇ ਹੀ ਨਾਲ ਦੇ ਇੱਥੇ ਜਿਮ ਕੋਸਟਾ, ਸ਼ੀਲਾ ਲੀ, ਉਹਨਾਂ ਨੇ ਉਸੇ ਵੇਲੇ ਚਿੱਠੀ ਲਿਖੀ। ਆਪਣੇ ਭਾਜੀ ਨੇ ਜ਼ਿਕਰ ਕੀਤਾ ਸੀ ਕਿ ਐਂਬੈਸਡਰ ਨੂੰ ਲਿਖਿਆ ਜਾਵੇ। ਉਹਨਾਂ ਨੇ ਉਸੇ ਵੇਲੇ ਲਿਖਿਆ ਕਿ ਜਿਹੜੇ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਹੈ ਉਹਨਾਂ ਬਾਰੇ ਇੰਡੀਆ ਨੂੰ ਸੋਚਣਾ ਚਾਹੀਦਾ ਕਿ ਐਨ ਐਜ਼ ਏ ਇੰਟਰਨੈਸ਼ਨਲ ਬਾਡੀ ਵੀ ਸੋਚਣਾ ਚਾਹੀਦਾ। ਉਸ ਤੋਂ ਬਾਅਦ ਹੋਰ ਮੈਂਬਰਾਂ ਕਾਂਗਰਸ ਨੇ ਵੀ ਚਿੱਠੀ ਲਿਖੀ ਆਪਣੇ ਉਸ ਵੇਲੇ ਸੈਕਟਰੀ ਆਫ ਸਟੇਟ ਜਿਹੜੇ ਸੀ ਉਹਨਾਂ ਲਿਖੀ ਪੋਂਪੇਓ ਨੂੰ। ਸੋ ਇੱਕ ਬੜੀ ਵੱਡੀ ਗੱਲ ਹੈ ਕਿ ਜਿਹੜਾ ਕਿ ਹੁਣ ਬੱਚਿਆਂ ਨੇ ਵੀ ਗੱਲ ਕੀਤੀ ਕਿ ਜਿਹੜੇ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਹੋ, ਜੇ ਕਾਂਗਰਸਮੈਨ ਜਾਂ ਹੋਰ ਇਲੈਕਟਡ ਅਫੀਸ਼ੀਅਲ ਜੇ ਤੁਹਾਡੀ ਆਵਾਜ਼ ਨਹੀਂ ਉਠਾਉਂਦੇ ਉਹਨਾਂ ਨੂੰ ਕਹੋ ਕਿ ਸਾਡੀ ਤਾਂ ਤੁਹਾਨੂੰ ਵੀ ਅਗਲੀ ਵਾਰੀ ਜਦੋਂ ਇਲੈਕਸ਼ਨ ਆਉਣਗੇ ਨਹੀਂ ਜ਼ਰੂਰਤ ਹੈਗੀ ਆ, ਪਰ ਜਿਹੜੇ ਕਰਦੇ ਉਹਨਾਂ ਨੂੰ ਪਲੀਜ਼ ਸਪੋਰਟ ਕਰੋ। ਹੁਣ ਇਹ ਕਾਂਗਰਸਮੈਨ ਵੈਲਾਡੇਓ ਨੇ ਤੁਹਾਨੂੰ ਵੀ ਪ੍ਰੈਜ਼ੈਂਟ ਕੀਤਾ। ਇੱਕ ਬੜੀ ਖੁਸ਼ੀ ਦੀ ਹੈਗੀ ਗੱਲ ਹੈ ਕਿ ਇਹ ਹੁਣ ਫਿਰ ਜਿਹੜਾ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਜੇ ਤੋਂ 50 ਮੈਂਬਰ ਤੋਂ ਜ਼ਿਆਦਾ ਮੈਂਬਰਸ਼ਿਪ ਹੈਗੇ ਨੇ ਉਹਨਾਂ ਦੇ ਰਿਪਬਲਿਕਨ ਵਾਲੇ ਪਾਰਟੀ ਵੱਲੋਂ ਚੇਅਰਮੈਨਸ਼ਿਪ ਫਿਰ ਉਹਨਾਂ ਨੂੰ ਦਿੱਤੀ ਗਈ ਹੈ। ਸੋ ਆਪ ਤੇ ਹੀ ਕਾਂਗਰਸਮੈਨ ਇੱਥੋਂ ਦੇ ਤੇ ਬੜੀ ਵਧਾਈ ਹੋਣੀ ਚਾਹੀਦੀ ਕਿ ਜਿਹਨਾਂ ਉਹਨਾਂ ਨੇ ਵੀ ਉਸੇ ਹੀ ਵੇਲੇ ਵੌਇਸ ਉਠਾਈ ਇੰਡੀਆ ਦੇ ਖਿਲਾਫ ਕਿ ਜਿਹੜੇ ਕਿ ਹਿਊਮਨ ਰਾਈਟਸ ਵਾਇਲੇਸ਼ਨ ਕੀਤੀ ਜਾਵੇ। ਸੋ ਇਸ਼ੂਜ਼ ਬਹੁਤ ਨੇ। ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ, ਯੈਸ, write to your congressman, write to your elected officials, and be active on the issues of social media. It is important. ਜਦੋਂ ਤੁਸੀਂ ਦੇਖਿਆ ਕਿ the first thing that came out of the Twitter when Rihanna spoke about it, right away Mina Harris spoke about it, and many other individuals spoke on these issues, and it became a tidal wave for India not to be able to react. What did they have to do? Go ask for their own Bollywood people to respond to this heinous crimes. This is not what this democracy should face. They should face their own shortness of the human rights violations they're committing against individuals. Who are these individuals? Common farmer. As your own mayor mentioned, these people survive on 3 acres of land. Of $1,600
of value for the rest of the year that they must survive for the whole year round. Is this what we're doing to our farmers? These are just not Sikh farmers, they're farmers across the whole country of India. So please, as an issue, do be active on the issues of writing to your members of Congress and also support many of the organizations that are out there. I know that United States that has been known to be doing this activeness for years. President Obama talked about them in Haiti when that happened, and they're just as active today in India on the farmers. So please, we're thankful for your support, for supporting your members of Congress, your elected officials. Keep it up so that we can bring the voice together forward. We will do our best in Washington, D.C. to make sure that the voice on the human rights is always echoed across the world. Thank you. Waheguru Ji Ka Khalsa. ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੈਕਸਟ ਟੇਬਲ ਤੇ ਵੀਰ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵੰਤ ਸਿੰਘ ਹੋਠੀ, ਅਸੀਂ ਬੇਰੀਏ ਚੋਂ ਗੁਰਦੁਆਰਾ ਸਿੰਘ ਸਭਾ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਟ੍ਰੇਸੀ, ਗੁਰਦੁਆਰਾ ਸਾਹਿਬ ਐਲਸਬਰੈਂਟੇ, ਗੁਰਦੁਆਰਾ ਸਾਹਿਬ ਫਰੀਮਾਊਂਟ ਔਰ ਇਹਨਾਂ ਵੱਲੋਂ ਆਪਣੇ ਕੋਈ ਜਿਹੜੀਆਂ ਤੁਹਾਡੀਆਂ ਰਾਏ ਆ ਵੀ ਚੁੱਕੀਆਂ ਨੇ, ਅਸੀਂ ਕੁਛ ਉਹਨਾਂ ਨੂੰ ਕਲਮਬੰਦ ਕੀਤਾ ਹੈ ਕਿ ਜਦੋਂ ਵੀ ਤੁਸੀਂ ਕੋਈ ਰਾਏ ਬਣਾਓ, ਮਤੇ ਆਪਣੇ ਪੜ੍ਹੋ ਤੇ ਇਹ ਰਾਏ ਨੂੰ ਤੁਸੀਂ ਆਪਣੇ ਸਾਰੇ ਸੱਜਣ ਜਿਹੜੇ ਵਿਚਾਰ ਲਓ, ਜੇਕਰ ਇਹ ਰਾਏ ਠੀਕ ਹੈ ਤਾਂ ਉਹਨੂੰ ਮਤਿਆਂ ਦੇ ਰੂਪ ਦੇ ਵਿੱਚ ਪੜ੍ਹੇ ਜਾਣ। ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਇਸ ਅੰਦੋਲਨ ਦੀ ਅਗਵਾਈ ਕਰਦਾ ਹੋਇਆ ਇਹ ਯਕੀਨੀ ਬਣਾਵੇ ਕਿ ਉਹ ਫੈਸਲੇ ਸਰਬਸੰਮਤੀ ਨਾਲ ਕਰੇ, ਨਾ ਕਿ ਬਹੁਸੰਮਤੀ ਦੇ ਨਾਲ। ਨੰਬਰ 2, ਕਾਨੂੰਨ ਰੱਦ ਹੋਣ ਤੇ ਹੀ ਪਹਿਰਾ ਦਿੱਤਾ ਜਾਵੇ, ਕਿਉਂਕਿ ਇਹ ਹੀ ਲੋਕ ਰਾਏ ਹੈ ਅਤੇ ਹੁਣ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਲੋਕ ਸਭਾ ਜਾਂ ਸਾਰੇ ਭਾਰਤ ਵਿੱਚ ਲਹਿਰ ਬਣ ਗਈ ਹੈ। ਨੰਬਰ 3, 26 ਜਨਵਰੀ ਜਾਂ ਉਸ ਤੋਂ ਬਾਅਦ ਪਾਏ ਗਏ ਕੇਸ ਵਾਪਸ ਲਏ ਜਾਣ। ਨੰਬਰ 4, ਨਵਦੀਪ ਕੌਰ ਦੀ ਫੌਰੀ ਰਿਹਾਈ ਕਾਰਵਾਈ ਕੀਤੀ ਜਾਵੇ। ਨੰਬਰ 5, ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀਪ ਸਿੰਘ ਸਿੱਧੂ, ਲੱਖੇ ਸਿਧਾਣੇ ਵਿਰੁੱਧ ਲਾਏ ਦੋਸ਼ ਅਤੇ ਕੀਤੀ ਬਿਆਨਬਾਜ਼ੀ ਨਾਲ ਅਸੀਂ ਸਹਿਮਤ ਨਹੀਂ। ਅਸੀਂ ਉਹਨਾਂ ਵੱਲੋਂ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਉਹਨਾਂ ਦੀ ਸ਼ਲਾਘਾ ਕਰਦੇ ਹਾਂ। ਇਹੀ ਸਾਡੀ ਰਾਏ ਸੀ ਔਰ ਇੱਥੋਂ ਦੇ ਸਾਰੇ ਆਰਗੇਨਾਈਜ਼ਰ ਜਿੰਨੇ ਵੀ ਮੇਰੇ ਵੀਰ ਨੇ, ਜੋ ਉਹਨਾਂ ਨੇ ਅੱਜ ਸਾਰੇ ਗੁਰੂ ਘਰਾਂ ਤੇ ਜਥੇਬੰਦੀਆਂ ਨੂੰ ਲਾਮਬੰਦ ਕੀਤਾ ਹੈ, ਅਸੀਂ ਇਹਨਾਂ ਦੀ ਪੂਰਨ ਤੌਰ ਤੇ ਸ਼ਲਾਘਾ ਕਰਦੇ ਹਾਂ। ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਤੁਹਾਡੇ ਵਰਗੇ ਨੌਜਵਾਨਾਂ ਨੂੰ ਹੋਰ ਵੀ ਉਤਸ਼ਾਹ ਬਖਸ਼ੇ, ਕਿਉਂਕਿ ਜੇ ਇਸ ਵੇਲੇ ਆਪਾਂ ਇਕੱਠੇ ਨਾ ਹੋਏ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਆਪਣੇ ਲਈ ਪਛਤਾਵਾ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। का खालसा, वाहिगुरु जी की फतेह। मैं बहुत शॉर्ट करूँगा क्योंकि भाई जसदेव सिंह होठी साहब ते संदीप तिन्हों ने जो गल्लां कहतियां मैं उन्हां दे नाल 100% सहमत हाँ। यही कुछ ही मैं कहना सी, गल मुक गई। तो उस तो बाद इमोशनल सीगे, मैं हुण किवें इन्हां नूं एक्सप्रैस करना वो आप जानी जाणो, जानदे हो सारे जने। ठीक है जी। क्योंकि जो सवेर नूं असीं उठदे हैं ना तो उदों हर एक दियां अखां नम हुंदियां जदों सवेर नूं उठदे आ। ते मैं कोई लिखारी नहीं, लिखिया नहीं जांदा, पर वो अपने आप ही आउंदे आ, आप मुहारे अखर फुटदे आ सवेर नूं। ते वो भैणां ने लेडीज़ बारे किन्ना कुछ बोलिया, ते मैं ट्विटर भी अकाउंट खोलिया हुणे, इंस्टाग्राम ते आ, फेसबुक ते आ, मेरे नाल विक्की बसरा। ते जिहड़ी भी चढ़दी कला दी कोई भी गल होवे मोर्चे दी, ओनू मैं अपने वल्लों जो मेरियां मनोभावना हुंदियां तो ਉਹਦੇ ਤੇ मैं 2-4 ਲਾਈਨਾਂ ਲਿਖ ਕੇ ਤੇ ਉਹਨੂੰ ਫਿਰ ਫਾਰਵਰਡ ਕਰਦਾ। ਤੇ ਬੱਚੀਆਂ ਆਲਰੇਡੀ ਚਲ ਗਈਆਂ ਸਾਡੀਆਂ, ਤੇ ਮੈਂ ਉਹਨਾਂ ਨੂੰ ਦੱਸਣਾ ਸੀ ਮੈਂ ਇੰਸਟਾਗ੍ਰਾਮ ਤੇ ਟਵਿੱਟਰ ਤੇ ਰਿਹਾਨਾ ਲਈ ਜਿਹੜੀ ਇੱਕ ਕਵਿਤਾ ਦੇ ਰੂਪ 'ਚ ਛੋਟੀਆਂ ਜਿਹੀਆਂ ਲਾਈਨਾਂ ਪਾਈਆਂ ਸੀ। ਮੈਂ ਕਿਹਾ ਇਹ ਬੀਬੀਆਂ ਨੂੰ, ਆਪਣੀ ਬੱਚੀਆਂ ਨੂੰ ਇਹ ਜ਼ਰੂਰੀ ਹੈ ਸੁਣਾ ਦਿਆਂ। ਤੇ ਇਸ ਤੋਂ ਬਾਅਦ ਮੇਰੀ ਸਮਾਪਤੀ ਆ। ਵਾਹ ਓ ਬੀਬਾ ਰਹਾਨਾ, ਵਾਹ ਓ ਬੀਬਾ ਰਹਾਨਾ, ਤੇਰਾ ਕਿਵੇਂ ਕਰਾਂ ਸ਼ੁਕਰਾਨਾ। ਵਾਹ ਜੀ ਵਾਹ। ਬਾਹੋ ਬੀਬਾ ਰਹਾਨਾ, ਤੇਰਾ ਕਿਵੇਂ ਕਰਾਂ ਸ਼ੁਕਰਾਨਾ। ਤੇਰੇ ਇੱਕ ਬੋਲ ਨੇ, ਤੇਰੇ ਇੱਕ ਬੋਲ ਨੇ ਪਾ ਦਿੱਤਾ ਇੰਡੀਆ ਪੜ੍ਹਨਾ। ਤੇਰੇ ਇੱਕ ਬੋਲ ਨੇ ਸਾਰਾ ਇੰਡੀਆ ਪਾ ਦਿੱਤਾ ਪੜ੍ਹਨਾ। ਬਾਹੋ ਬੀਬਾ ਰਹਾਨਾ। ਮੋਰਚੇ ਨਾਲ ਸਾਡੇ ਸਾਹ ਚੱਲਦੇ ਨੇ, ਮੋਰਚੇ ਨਾਲ ਸਾਡੇ ਸਾਹ ਚੱਲਦੇ ਨੇ, ਮੋਰਚੇ ਲਈ ਅਸੀਂ ਮਰਨਾ।
ਅਗਲੀ ਲਾਈਨ ਹੈ ਜੀ, ਰਿਣ ਤੇਰਾ ਮੇਰੀ ਕੌਮ ਦੇ ਉੱਤੇ, ਰਿਣ ਤੇਰਾ ਮੇਰੀ ਕੌਮ ਦੇ ਉੱਤੇ, ਅਸੀਂ ਨਾਲ ਵਿਆਜ ਹੈ ਧਰਨਾ, ਬਾਹੋ ਬੀਬਾ ਰਹਾਨਾ, ਬਾਹੋ ਬੀਬਾ ਰਿਹਾਨਾ, ਤੇਰਾ ਕਿਵੇਂ ਕਰਾਂ ਸ਼ੁਕਰਾਨਾ, ਤੇਰਾ ਕਿਵੇਂ ਕਰਾਂ ਸ਼ੁਕਰਾਨਾ। ਇੰਨਾ ਕੁਛ ਕਹਿੰਦਾ। ਮੈਂ ਖੇਮਾ ਦਾ ਜਾ ਚੁੱਕਿਆ। ਜੈ ਜਵਾਨ ਜੈ ਕਿਸਾਨ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਰਾ ਕਾ ਨਾਮ ਜਸਜੀਤ ਖਾਲਸਾ, ਸਿੰਘ ਆ ਵਾਹਿਗੁਰੂ ਜੀ ਕੀ ਤੇ ਫਤਿਹ। ਪ੍ਰਭਜੋਤ ਨੂੰ ਆਪਾਂ ਇੱਕ ਮਿੰਟ ਹੀ ਦੇਣਾ, ਮੈਂ ਇਹਦੀ ਗੱਲ ਵੀ ਨਹੀਂ ਮੁਕਾਉਣਾ ਚਾਹੁੰਦਾ। ਸੋ ਦੋ ਚੀਜ਼ਾਂ ਆਪਾਂ ਨੇ ਗੱਲਾਂ ਬਹੁਤ ਕੀਤੀਆਂ, ਮੇਰੀ ਭੈਣਾਂ ਨੇ ਵੀ ਗੱਲਾਂ ਕੀਤੀਆਂ ਵੀ ਕਿਸਾਨ ਮਜ਼ਦੂਰ ਏਕਤਾ, ਤੇ ਆਪਾਂ ਨੇ ਆਹੀ ਗੱਲ ਵੀ ਇੱਕ ਗਾਂ ਦੱਸਣੀ ਆ ਵੀ ਜਿਹੜੀ ਆਪਾਂ ਮਜ਼ਦੂਰ ਦੀ ਗੱਲ ਕਰਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੀ ਦਲਿਤ ਪਾਪੂਲੇਸ਼ਨ 33% ਆ, ਪਰ ਉਹ 33% ਤੋਂ ਉਹਨਾਂ ਕੋਲ ਸਿਰਫ 3.5% ਜ਼ਮੀਨ ਉਹਨਾਂ ਦੀ ਆ। ਸੋ ਇਹ ਬਹੁਤ ਵੱਡੀ ਗੱਲ ਆ ਵੀ ਅਸੀਂ ਉਹਨਾਂ ਦੀ ਆਵਾਜ਼ ਉਠਾਈਏ। ਜੇ ਆਪਾਂ ਨੇ ਗਾਂ ਦੀ ਗੱਲ ਸੋਚਣੀ ਆ, ਇਲੈਕਸ਼ਨਾਂ ਦੀ ਵੀ ਗੱਲ ਸੋਚਣੀ ਆ, ਕੱਲ੍ਹ ਨੂੰ ਅਸੀਂ ਆਪਾਂ ਇਹ ਲੋਕਾਂ ਨੂੰ ਆਪਣੇ ਨਾਲ ਕਿਵੇਂ ਲੈ ਕੇ ਆਉਣਾ ਹੈ, ਕਿਉਂਕਿ ਅੱਜ ਵੀ ਸਾਡੇ ਨਾਲ ਉੱਥੇ ਖੜੇ ਆ। ਜਿਹੜਾ ਮੁੰਡਾ ਜਿਹਨਾਂ ਨੇ ਕੁੱਟਿਆ ਸੀ ਪੁਲਿਸ ਨੇ, ਉਹਦੇ ਕੋਲ ਕੋਈ ਜ਼ਮੀਨ ਨਹੀਂ, ਤੇ ਉਹ ਹਲੇ ਵੀ ਆਪਣੇ ਨਾਲ ਉੱਥੇ ਹਰੇਕ ਦਿਨ ਸੇਵਾ ਕਰਦਾ ਸੀ, ਲੰਗਰ ਦੀ ਸੇਵਾ ਰੋਜ਼ ਕਰਦਾ ਸੀ। ਸੋ ਮੇਰਾ ਆਹੀ ਸੁਨੇਹਾ ਆ ਵੀ ਆਪਾਂ ਜਿਹੜੀ ਦਲਿਤ ਕਮਿਊਨਿਟੀ ਅਸੀਂ ਉਹਨਾਂ ਨੂੰ ਗਾਂ ਅੱਗੇ ਕਿਵੇਂ ਲੈ ਕੇ ਆਈਏ। 1961 ਦਾ ਉਹ ਲਾਅ ਪਾਸ ਹੋਇਆ ਆਪਣੇ ਪਿੰਡਾਂ ਵਿੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਡੀ ਜ਼ਮੀਨਾਂ ਉੱਥੇ ਹੈਗੀਆਂ। ਆਪਾਂ ਨੇ ਆਪਣੇ ਪਿੰਡਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਕਿਹਾ ਹੈ ਵੀ ਤੁਸੀਂ ਉਹ ਜ਼ਮੀਨਾਂ ਉਸ ਲੋਕਾਂ ਨੂੰ ਦਿਓ। ਆਪਾਂ ਨੇ ਉਹ ਆਵਾਜ਼ ਉਠਾਈ ਆ। ਆਪਣੇ ਕੋਲ ਅੱਜ ਉਹ ਪਾਵਰ ਹੈਗਾ ਵੀ ਅਸੀਂ ਆਪਣੇ ਜ਼ਮੀਨਾਂ ਵਿੱਚ ਜਾ ਕੇ ਆਪਣੇ ਸਰਪੰਚਾਂ ਨੂੰ ਕਹੀਏ ਵੀ ਜਿਹੜੀ ਉਹ ਜ਼ਮੀਨ ਲੋਕਾਂ ਦੇ ਵਾਸਤੇ ਰੱਖੀ ਹੈ 33%, ਉਹ ਦਿਓ। ਜੇ ਤੁਸੀਂ ਉਹ ਦੋਗੇ ਤਾਂ ਹੀ ਤੁਸੀਂ ਕਹਿ ਸਕੋਗੇ ਤੁਹਾਡੇ ਪਿੰਡਾਂ ਵਿੱਚ ਤੁਹਾਡੇ ਲੋਕੀ ਤੁਹਾਡੇ ਨਾਲ ਖੜੂਗੇ। ਇਕੱਲੇ ਜੱਟ ਤਾਂ ਨਹੀਂ ਖੜੇ, ਸਾਰੇ ਖੜੇ ਆ ਨਾਲ। ਸੋ ਆਪੋ ਸਾਰਿਆਂ ਦੀ ਆਵਾਜ਼ ਉਠਾਈਏ। ਇਹ ਸਿੱਖੀ ਆ। ਆਪਾਂ ਇੱਕ ਪਾਸੇ ਬ੍ਰਾਹਮਣਵਾਦ, ਦੂਸਰੀ ਗੱਲਾਂ ਕਰਦੇ ਰਹਿੰਦੇ ਆ ਵੀ ਉਹ ਛੋਟੀ ਜਾਤਾਂ 'ਤੇ ਅਸੀਂ ਵਾਰ ਕਰਦੇ ਹਾਂ, ਆਪਾਂ ਆਪ ਹੀ ਉਹੀ ਵਾਰਾ ਕਰਦੇ ਹਾਂ। ਜੇ ਬ੍ਰਾਹਮਣਵਾਦ ਆਪਣੇ ਸੋਚ ਤੋਂ ਕੱਢਣਾ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਰਿਆਂ ਨੂੰ ਨਾਲ ਲਾਈਏ, ਤਾਂ ਪੰਜਾਬ, ਹਰਿਆਣਾ, ਯੂਪੀ ਜਿੱਥੇ ਵੀ ਲੋਕੀ ਦੱਬੇ ਹੋਏ ਆ, ਆਪਾਂ ਉਹਨਾਂ ਨੂੰ ਉਠਾਈਏ। ਇਹ ਸਿੱਖੀ ਆ। ਸਿੱਖੀ ਉਠਾਉਣਾ ਹੈ, ਲੋਕਾਂ ਨੂੰ ਦੱਬਣਾ ਨਹੀਂ। ਦੂਸਰੀ ਗੱਲ, ਆਪਾਂ ਵਾਰ-ਵਾਰ ਕਹਿੰਦੇ ਆ ਸਾਡਾ ਕੰਮ ਪੀਸਫੁਲ ਆ, ਅਸੀਂ ਬਹੁਤ ਆਰਾਮ ਨਾਲ ਬੈਠੇ, ਅਸੀਂ ਬਹੁਤ ਆਰਾਮ ਨਾਲ ਬੈਠੇ। ਸੱਚ, ਆਪਾਂ ਆਰਾਮ ਨਾਲ ਬੈਠੇ, ਪਰ ਆਹ ਵੀ ਗੱਲ ਆਪਾਂ ਕਿਉਂ ਲੁਕਾਉਂਦੇ ਵੀ ਜਿਹੜੀ ਗੌਰਮੈਂਟ ਸਾਡੇ ਤੇ ਜ਼ੁਲਮ ਕਰਦੀ ਆ ਉਹ ਪੀਸਫੁਲ ਤਾਂ ਨਹੀਂ ਹੈਗੀ। ਜਿੰਨੇ ਆਪਣੇ ਲੋਕੀ ਹੁਣ 200 ਬੰਦਾ ਮਰ ਚੁੱਕਿਆ ਹੈ, ਪਰ ਆਪਾਂ ਹਲੇ ਵੀ ਬੈਠੇ ਆ। ਜਿਹੜੀ ਸਬਰ ਦੀ ਗੱਲ, ਉਹ ਸਬਰ ਸਾਡੇ ਵਿੱਚ, ਗੌਰਮੈਂਟ ਵਿੱਚ ਨਹੀਂ ਹੈਗੀ। ਆਪਾਂ ਸਬਰ ਨਾਲ ਹੀ ਚੱਲਣਾ, ਸਬਰ ਨਾਲ ਹੀ ਚੱਲਦੇ ਆਏ ਤੇ ਚੱਲੂਗੇ। ਪਰ ਆਪਾਂ ਨੂੰ ਇਹ ਗੱਲ ਕਹਿਣੀ ਹਟਣੀ ਚਾਹੀਦੀ ਆ ਬਾਰ-ਬਾਰ, ਅਸੀਂ ਸ਼ਾਂਤਮਨ, ਅਸੀਂ ਸ਼ਾਂਤਮਨ। ਸਾਨੂੰ ਪਤਾ ਹੈ ਅਸੀਂ ਸ਼ਾਂਤਮਨ ਆ। ਆਪਣੇ ਆਪ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਸੁਣਾਉਣ ਦੀ ਲੋੜ ਆ ਵੀ ਤੁਸੀਂ ਆਪ ਜਿਹੜੇ ਸਾਡੇ ਤੇ ਤਸ਼ੱਦਦ ਤੇ ਜ਼ੁਲਮ ਕਰਦੇ ਆ, ਇਹ ਜ਼ੁਲਮ ਨਹੀਂ ਅਸੀਂ ਸਹਿਣਾ। ਤੀਸਰੀ ਚੀਜ਼, ਬੀਬੀ ਨੌਦੀਪ ਕੌਰ ਦੀ ਗੱਲ ਕਰਦੇ ਆ। ਕੱਲੀ ਬੀਬੀ ਨੂੰ ਚੁੱਕਿਆ ਨਹੀਂ, ਬੀਬੀ ਦੇ ਅਗੇਂਸਟ ਸੈਕਸ਼ੂਅਲ ਅਸੌਲਟ ਵੀ ਕੀਤਾ ਹੈ। ਆ ਨਹੀਂ ਹੈਗਾ ਹੁਣ ਆਪਾਂ ਕਹੋਗੇ ਵੀ ਉਹ ਪੁਲਿਸ ਵਾਲਿਆਂ ਨੂੰ ਆਪਾਂ ਕੀ ਕਰੀਏ। ਕਿਹੜੀ ਜਸਟਿਸ ਸਿਸਟਮ ਆ, ਜਿਸ ਜਸਟਿਸ ਸਿਸਟਮ ਤੇ ਹੁਣ ਉਹ ਪੁਲਿਸ ਵਾਲਿਆਂ ਦੇ ਕੌਣ ਉਹਨੂੰ ਕੋਈ ਫੜੂਗਾ। ਆਪਾਂ ਇਹ ਗੱਲ ਛਡਾਉਣ ਦੀ ਨਹੀਂ ਹੈਗੀ, ਉਸ ਦੇ ਅਗੇਂਸਟ ਜਿਹੜੀ ਕਾਰਵਾਈ ਕਰਨੀ ਹੈ ਉਹ ਵੀ ਕਰਨੀ ਪੈਣੀ ਆ। ਸੋ ਮੇਰੀ ਆਹੀ ਗੱਲਾਂ ਹੈ। ਤੇ ਮੈਂ ਹੁਣ ਪ੍ਰਭਜੋਤ ਨੂੰ ਵੀ ਟਾਈਮ ਦੇਣਾ 1 ਮਿੰਟ, ਵੀ ਆਪਾਂ ਇਹ ਗੱਲਾਂ ਜ਼ਰੂਰ ਅੱਗੇ ਕਰੀਏ ਵੀ ਇਹ ਇਕੱਲਾ ਕਿਸਾਨ ਏਕਤਾ ਜਿੰਦਾਬਾਦ ਨਹੀਂ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ। ਜੇ ਕਿਸਾਨ ਤੇ ਮਜ਼ਦੂਰ ਵਾਕਈ ਏਕਤਾ ਹੋ ਜਾਵੇ, ਪੰਜਾਬ, ਹਰਿਆਣਾ, ਯੂਪੀ ਨੂੰ ਕੋਈ ਨਹੀਂ ਰੋਕ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਵੀਰ ਪ੍ਰਭਜੋਤ ਸਿੰਘ ਜੀ, ਆਪਣਾ ਟਾਈਮ ਲਾਓ। ਮੇਰੇ ਤਾਂ ਜੀ ਬਸ 20 ਘੰਟੇ ਹੀ ਲੱਗਣੇ ਆ। ਇੱਕ ਇਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਕਹਿੰਦੇ ਆ ਸ਼ਾਂਤਮਈ ਅਸੀਂ ਕਹਿੰਦੇ ਆ, ਪਰ ਜਿਹੜਾ ਤਸ਼ੱਦਦ ਸਾਡੇ ਤੇ ਹੋ ਰਿਹਾ ਉਹਦਾ ਅਸੀਂ ਜਵਾਬ ਵੀ ਦਿੰਦੇ ਆ। ਸੋ ਇਹ ਸਾਨੂੰ ਕੋਈ ਕਹਿਣ ਦੀ ਲੋੜ ਨਹੀਂ ਵੀ ਅਸੀਂ ਹਮੇਸ਼ਾ ਰਿਸਪੌਂਸ ਜਿਹੜਾ ਡਿਫੈਂਸਿਵ ਦਿੰਦੇ ਆ। ਸਾਨੂੰ ਕੋਈ ਕਹਿੰਦਾ ਅੱਤਵਾਦੀ, ਅਸੀਂ ਫਿਰ ਰਿਸਪੌਂਸ ਦਿੰਦੇ ਆ ਉਹਨਾਂ ਨੂੰ ਵੀ ਅਸੀਂ ਅੱਤਵਾਦੀ ਨਹੀਂ ਹੈਗੇ। ਸਾਨੂੰ ਕੋਈ ਕਹਿੰਦਾ ਖਾਲਿਸਤਾਨੀ, ਅਸੀਂ ਫਿਰ ਉਹਨਾਂ ਨੂੰ ਰਿਸਪੌਂਸ ਦਿੰਦੇ ਆ ਵੀ ਅਸੀਂ ਕੱਲ੍ਹ ਹੀ ਖਾਲਿਸਤਾਨੀ ਹੀ ਨਹੀਂ ਹੈਗੇ। ਇਹ ਗੱਲ ਸਾਨੂੰ ਛੱਡਣੀ ਚਾਹੀਦੀ ਆ। ਸਾਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ ਆ ਜਿਹੜਾ ਤਸ਼ੱਦਦ ਕਰ ਰਹੇ ਆ, ਜਿੱਦਾਂ ਦੀ ਗੌਰਮੈਂਟ ਆ, ਜਿੱਦਾਂ ਉਹ ਕਿਸਾਨ ਮੋਰਚਿਆਂ ਤੇ ਆ ਕੇ ਬੱਟੇ ਸਿੱਟ ਰਹੇ ਆ, ਉਹਦੀ ਗੱਲ ਜ਼ਿਆਦਾ ਕਰੋ। ਆਪਣੀ ਤੁਸੀਂ ਨਾ ਗੱਲ ਕਰੋ ਵੀ ਅਸੀਂ ਨਹੀਂ ਖਾਲਿਸਤਾਨੀ ਜਾਂ ਅਸੀਂ ਨਹੀਂ ਅੱਤਵਾਦੀ। ਇਹ ਗੱਲਾਂ ਕਰਨੀਆਂ ਛੱਡ ਦਿਓ ਹੁਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੀ ਸਿਰਕੱਢ ਕੰਟਰੀ ਅਮਰੀਕਾ ਦਾ ਦਿਲ ਕੈਲੀਫੋਰਨੀਆ, ਸੈਂਟਰ ਕੈਲੀਫੋਰਨੀਆ ਵਿੱਚ 71 ਪੰਜਾਬੀ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇਕੱਤਰ ਹੋਏ ਆ ਆਪਣੇ 7 ਸਮੁੰਦਰੋਂ ਪਾਰ ਬੈਠੇ ਪੰਜਾਬੀ ਆਪਣੀ ਮਿੱਟੀ ਦੇ ਨਾਲ, ਜਿੱਥੇ ਆਪਾਂ ਜਨਮ ਲਿਆ, ਪਲੇ ਤੇ ਵੱਡੇ ਹੋਏ, ਤੇ ਉਸ ਸੰਘਰਸ਼ ਦੇ ਨਾਲ ਆਪਾਂ ਸਾਰੇ ਹਰ ਰੋਜ਼ ਜੁੜੇ ਹੋਏ ਆ। ਕਿਉਂਕਿ
ਕਿਸੇ ਸ਼ਾਇਰ ਨੇ ਲਿਖਿਆ, ਪਰਦੇਸੀ ਸਾਡੇ ਆਲਣੇ ਦਿਲ ਵਸਦਾ ਪੰਜਾਬ। ਅਸੀਂ ਪੰਜਾਬ ਦੀ, ਹਿੰਦੁਸਤਾਨ ਦੀ ਧਰਤੀ ਨਾਲ ਜੁੜੇ ਹੋਏ ਹਾਂ। ਸਾਡਾ ਜੋ ਵਧੀਕੀਆਂ ਹੋਈਆਂ ਉਹ ਆਪਾਂ ਸਾਰੇ ਜਾਣਦੇ ਹਾਂ, ਪਰ ਆਪਾਂ ਇੱਕ ਹੀ ਗੱਲ ਕਹਿਣੀ ਆ ਕਿ ਜਿਹੜੀ ਅੱਜ ਇੱਥੇ ਪ੍ਰਬੰਧਕ ਵੀਰਾਂ ਨੇ ਪ੍ਰਬੰਧ ਕੀਤਾ, ਬਹੁਤ ਸ਼ਲਾਘਾਯੋਗ ਹੈ। ਤੁਹਾਡਾ ਇਹ ਕਦਮ ਸ਼ਲਾਘਾਯੋਗ ਹੈ, ਪਰ ਕੁਛ ਕੁ ਆਪਾਂ ਵਾਅਦਾ ਆਪਣੇ ਮਨ ਨਾਲ ਕਰਨਾ। ਜਿਹੜੇ ਉੱਥੇ ਸਾਡੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਪਰਿਵਾਰ, ਉਹਨਾਂ ਦੀ ਮਦਦ ਕਰਨਾ, ਮਾਇਕ ਮਦਦ ਕਰਨਾ, ਉਹ ਸਾਡੀ ਇਹ ਫਰਜ਼ ਬਣਦਾ। ਸੋ ਅਸੀਂ ਸਾਰੇ ਜਾਣੇ ਵਚਨਬੱਧ ਹੋਈਏ, ਆਪਣੇ ਆਪਣੇ ਇਲਾਕੇ ਦੇ, ਆਪਣੇ ਆਪਣੇ ਪਿੰਡਾਂ ਦੇ ਜਿਨ੍ਹਾਂ ਪਰਿਵਾਰਾਂ ਦੇ ਨਾਲ ਵਧੀਕੀ ਹੋਈ ਆ ਜਾਂ ਸ਼ਹੀਦ ਹੋਇਆ ਉਸ ਸੰਘਰਸ਼ ਦੇ ਵਿੱਚ, ਉਹਨਾਂ ਦੀ ਮਦਦ ਕਰੀਏ। ਇਹ ਸਾਡੀ ਬੇਨਤੀ ਹੈ ਜੀ। ਸੋ ਮੈਂ ਜਿੱਥੇ ਆਪਣੇ ਵੱਲੋਂ ਜਾਨੀ ਨਿੱਜਰ ਬ੍ਰਦਰ ਦੇ ਵੱਲੋਂ, ਉੱਥੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ USA, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਮਡੇਰਾ ਗੁਰੂ ਘਰ ਤੇ ਸਿਲਮਾ ਗੁਰੂ ਘਰ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੇ ਸਾਡੇ ਵੀਰ, ਖਾਸ ਕਰਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਕੋਆਰਡੀਨੇਟਰਸ ਔਰ ਸਾਰੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇੱਥੇ ਇਕੱਤਰ ਹੋਈਆਂ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਸਾਰਿਆਂ ਦਾ ਕਦਮ ਕਦਮ ਸਿਰ ਮੱਥੇ ਪ੍ਰਬੰਧਕ ਕਮੇਟੀ ਨੂੰ ਇੱਕ ਵਾਰ ਫਿਰ ਬਹੁਤ ਸਾਰੀ ਵਧਾਈ। ਤੇ ਉੱਥੇ ਜੋ ਕਰਦੇ ਸੰਘਰਸ਼ ਸਾਡੇ ਵੀਰ, ਉਹਨਾਂ ਦੇ ਨਾਲ ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ। ਜੋ ਬਦਾਮਾਂ ਦੇ ਲੰਗਰ ਚੱਲੇ ਆ, ਉਹ ਕੈਲੀਫੋਰਨੀਆ ਦੇ ਵਿੱਚੋਂ ਆਪਣੇ ਫਾਰਮਰ ਵੀਰਾਂ ਨੇ, ਕਿਉਂ ਅਸੀਂ ਸੁੱਕੇ ਮੇਵਿਆਂ ਦੀ ਧਰਤੀ ਵਿੱਚ ਵੱਸਦੇ ਆ, ਕਿੱਥੋਂ ਸਾਰੇ ਵੀਰਾਂ ਨੇ ਉਹ ਸੰਘਰਸ਼ ਦੇ ਵਿੱਚ ਬਦਾਮਾਂ ਦੇ ਲੰਗਰ ਲਾਏ ਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਸਾਹਿਬ ਫਰੀਮਾਉਂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਵੇਂ ਭਾਈ ਜਸਵੰਤ ਸਿੰਘ ਜੀ ਹੋਠੀ ਨੇ, ਇਹਨਾਂ ਨੇ ਜਿਹੜੇ ਸੁਝਾਅ ਦਿੱਤੇ ਆ, ਉਹਨਾਂ 'ਚ ਇੱਕ ਐਡ ਕਰਨਾ ਹੈਗਾ ਕਿ ਜਿਹੜੀ ਸੰਯੁਕਤ ਉੱਥੇ ਕਿਸਾਨ ਕਮੇਟੀ ਬਣੀ ਆ, ਭਈ ਜਦੋਂ ਵੀ ਉਹ ਗੱਲ ਕਰਨ ਜਾਣ, ਸਭ ਤੋਂ ਉਹ ਵੀ ਵਿੱਚ ਰੱਖੋ ਮਤਾ ਕਿ ਜਿਹੜੇ ਸਾਡੇ ਨੌਜਵਾਨ ਵੀਰ ਜਾਂ ਸਾਡੀਆਂ ਬੱਚੀਆਂ ਉੱਥੇ ਫੜੀਆਂ ਹੋਈਆਂ, ਅਰੈਸਟ ਕੀਤੀਆਂ ਹੋਈਆਂ, ਉਹਨਾਂ 'ਤੇ ਮੁਕੱਦਮੇ ਕੀਤੇ ਆ, ਉਹਨਾਂ ਨੂੰ ਵੀ ਪਹਿਲਾਂ ਇਹ ਰੱਖਣ, ਭਈ ਉਹਨਾਂ ਨੂੰ ਰਿਹਾ ਕਰੋ। ਅਤੇ ਮੈਂ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਲੀਕਿਆ ਹੈਗਾ ਅਤੇ ਵਧੀਆ ਤਰੀਕੇ ਨਾਲ ਕਰ ਰਹੇ ਆ। ਮੈਂ ਪਿੱਛੇ ਕਾਫੀ ਦਿਨਾਂ ਤੋਂ, ਮਹੀਨਿਆਂ ਤੋਂ ਦੇਖ ਰਿਹਾ ਕਿ ਜੇ ਮੁਜ਼ਾਹਰੇ ਹੁੰਦੇ ਤਾਂ ਵੀ ਨੌਜਵਾਨ ਮੋਹਰੇ, ਅਤੇ ਸਾਨੂੰ ਹੌਸਲਾ ਵੀ ਹੋਇਆ ਕਿ ਅਸੀਂ 84 ਦਾ ਦੌਰ ਵੀ ਦੇਖਿਆ, ਪਰ ਹੁਣ ਸਾਨੂੰ ਖੁਸ਼ੀ ਆ ਕਿ ਨੌਜਵਾਨ ਮੋਹਰੇ ਲੱਗੇ ਆ। ਅਸੀਂ ਤੁਹਾਡੇ ਪਿੱਛੇ ਆ, ਬੈਕਬੋਨ ਆ ਤੁਹਾਡੀ, ਅਤੇ ਜਿਹੜੀ ਵੀ ਸਾਡੇ ਤੋਂ ਹੈਲਪ ਚਾਹੀਦੀ ਹੋਈ ਅਸੀਂ ਕਰਾਂਗੇ। ਬਾਕੀ ਸਿੱਖ ਪੰਚਾਇਤ ਗੁਰਦੁਆਰਾ ਸਾਹਿਬ ਫਰੀਮਾਉਂਟ ਨੇ ਪਿੱਛੇ ਕਿਸਾਨ ਮੋਰਚੇ ਦੇ ਵਿੱਚ ਕਾਫੀ ਕੰਮ ਕੀਤਾ ਹੈਗਾ, ਮੈਂ ਉਹਨਾਂ ਦਾ ਵੀ, ਸਾਰਿਆਂ ਦਾ, ਵੀਰਾਂ ਦਾ ਧੰਨਵਾਦ ਕਰਦਾ ਅਤੇ ਹੁਣ ਵੀ ਅੱਗੇ ਤੋਂ ਕਰਾਂਗੇ। ਸੋ ਡਾਕਟਰ ਸਾਹਿਬ, ਡਾਕਟਰ ਪ੍ਰਿਤਪਾਲ ਸਿੰਘ ਜੀ ਕੋਆਰਡੀਨੇਟਰ ਨੇ, ਇਹ ਜਿਹੜਾ ਇੱਥੇ ਦੇ ਸਿੱਖ ਕਾਕਸ ਹੈਗੇ ਆ ਜਾਂ ਹੋਰ ਪੋਲੀਟੀਸ਼ੀਅਨ ਆ, ਉਹਨਾਂ ਨਾਲ ਕਾਫੀ ਇਹਨਾਂ ਦੇ ਤਾਲੁਕਾਤ ਕਰ ਰਹੇ ਆ। ਸੋ ਮੈਂ ਫਿਰ ਇੱਕ ਵਾਰ ਆਈ ਹੋਈ ਸੰਗਤ ਦਾ ਬਹੁਤ ਧੰਨਵਾਦ ਕਰਦਾ ਅਤੇ ਕਿਸਾਨ ਮੋਰਚੇ ਦੀ ਪੂਰੀ ਹਮਾਇਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਖਦੇਵ ਸਿੰਘ ਸੈਨੋਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਹਾਜ਼ਰੀ ਭਰਨ ਆਇਆ ਹੈ, ਅਤੇ ਜੋ ਵੀ ਮੋਰਚਾ ਚੱਲ ਰਿਹਾ ਉਸ ਦੀ ਆਫ ਕੋਰਸ ਸਾਰੀਆਂ ਕਮੇਟੀਆਂ ਜਿਸ ਤਰ੍ਹਾਂ ਉਸ ਦੀ ਹਮਾਇਤ ਕਰਦੀ ਹੈ, ਸੈਨੋਜੇ ਗੁਰਦੁਆਰਾ ਵੀ ਮੋਰਚੇ ਦੇ ਨਾਲ ਖੜੀ ਹੈ, ਡਟ ਕੇ ਖੜੀ ਹੈ। ਹਰੇਕ ਜੋ ਵੀ ਇੱਥੇ ਬੁਲਾ ਰਹੇ ਨੇ ਆਪਣੇ ਆਪਣੇ ਵਿਚਾਰ ਦਿੱਤੇ ਹਨ, ਉਹਨਾਂ ਨਾਲ ਸਹਿਮਤ ਹਾਂ ਸਾਰਿਆਂ ਦੇ ਨਾਲ। ਇੱਕ ਮੇਰਾ ਵਿਚਾਰ ਸੀਗਾ, ਜਦੋਂ ਆਪਾਂ ਇੱਥੋਂ ਦੇ ਆਪਣਾ ਉੱਥੋਂ ਸੰਯੁਕਤ ਮੋਰਚੇ ਤੋਂ ਵੀ ਦੇਖਿਆ ਵੀ ਉਹਨਾਂ ਨੇ ਕਿਹੜੀ ਮੰਗ ਕੀਤੀ ਹੈ। ਇੱਕ ਮੰਗ ਕੀਤੀ ਹੈ ਵੀ ਆਪਾਂ ਬਾਹਰੋਂ ਕੀ ਕਰ ਸਕਦੇ ਹਾਂ, ਅਤੇ ਉਹਦੇ ਵਿੱਚ ਸ਼ੁਰੂ ਤੋਂ ਸਾਡਾ ਇਹੋ ਰਿਹਾ ਵੀ ਜੋ ਇੱਥੋਂ ਦੇ ਲੋਕਲ ਪੋਲੀਟੀਸ਼ੀਅਨਸ ਹਨ ਉਹਨਾਂ ਦੇ ਨਾਲ ਆਪਾਂ ਕੀਤਾ ਜਾਵੇ। ਕੋਸ਼ਿਸ਼ ਵੀ ਕੀਤੀ ਆ। ਇੱਕ ਮੈਂ ਉਸ ਦੇ ਵਿੱਚ ਸੁਝਾਅ ਦੇਣਾ ਚਾਹੁੰਦਾ, ਜੋ ਅੱਜ ਪ੍ਰਬੰਧਕ ਕਮੇਟੀ ਨੇ ਇੱਥੇ ਜੋ ਇਕੱਠ ਕਰਕੇ ਸਾਰੇ ਹੀ ਅੱਡ ਅੱਡ ਜਥੇਬੰਦੀਆਂ ਨੂੰ ਲਾਮਬੰਦ ਕੀਤਾ ਹੈ, ਉਹ ਬਹੁਤ ਹੀ ਵਧੀਆ ਕੰਮ ਕੀਤਾ ਹੈ, ਅਤੇ ਮੈਂ ਇਸ ਦੀ ਕਈ ਚਿਰ ਦੀ ਉਡੀਕ ਕਰ ਰਿਹਾ ਸੀਗਾ। ਅਤੇ ਉਡੀਕ ਕੀ ਕਰ ਰਿਹਾ ਸੀਗਾ, ਸੁਝਾਅ ਕੀ ਹੈ ਵੀ ਪਿੱਛੇ ਜੇ ਚਲੋ ਇੱਕ ਵਰਚੁਅਲ ਰੈਲੀ ਕੀਤੀ ਗਈ ਸੀ, ਜਿਸ ਦੇ ਵਿੱਚ ਕੋਈ ਉੱਥੋਂ ਦੇ ਲੋਕਲ ਗੁਰਦੁਆਰੇ 'ਚ ਇਕੱਠੇ ਹੋ ਕੇ ਜਾਂ ਹੋਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੋਈ ਜਿਹੜੇ ਆਪਣੇ ਸਟੇਟ ਅਸੈਂਬਲੀਮੈਨ
ਤੇ ਸਟੇਟ ਆਪਣੇ ਸੈਨੇਟਰ ਸਨ ਉਸ ਦੇ ਵਿੱਚ ਬੋਲੇ ਸਨ ਤੇ ਉਹਨਾਂ ਨੇ ਆਪਣੇ ਆਪਣੇ ਤੌਰ ਦੇ ਉੱਤੇ ਆਪਣੀ ਹਮਾਇਤ ਦਿੱਤੀ ਸੀਗੀ। ਪਰ ਉਸ ਚੀਜ਼ ਨੂੰ ਅੱਗੇ ਲਾਮਬੰਦ ਕਰਨ ਵਾਸਤੇ ਜੋ ਅੱਜ ਇੱਥੇ ਇਕੱਠ ਹੋਇਆ ਹੈ, ਮੇਰਾ ਇਹ ਸੁਝਾਅ ਹੈ ਵੀ ਜਿਹੜੇ ਉਸ ਦੇ ਵਿੱਚ ਚਲੋ ਅਸੀਂ ਜਿੰਨੇ ਕੁ ਸੀਗੇ ਅਸੀਂ ਇਕੱਠ ਕਰਕੇ ਕੋਈ 10-12 ਅਸੈਂਬਲੀਮੈਨ ਕੀਤੇ ਸੀਗੇ, ਪਰ ਜਿਹੜੀਆਂ ਵੀ ਤੁਹਾਡੇ ਕੋਲ ਸਾਰਿਆਂ ਜਥੇਬੰਦੀਆਂ ਦੀ ਇੱਥੇ ਇਨਫੋਰਮੇਸ਼ਨ ਹੈਗੀ ਆ, ਉਸ ਗੱਲ ਨੂੰ ਅੱਗੇ ਅਸੈਂਬਲੀ ਦੇ ਵਿੱਚ ਮਤਾ ਪਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਵੀ ਸਾਰੇ ਹੀ ਤੁਸੀਂ ਜਿੰਨੇ ਵੀ ਇੱਥੇ ਜਥੇਬੰਦੀਆਂ ਹਰੇਕ ਇੱਕ ਸ਼ਹਿਰ ਦੇ ਵਿੱਚੋਂ ਜਿਹੜਾ ਤੁਹਾਡਾ ਅਸੈਂਬਲੀਮੈਨ ਹੈ ਉਸ ਨੂੰ ਅਪਰੋਚ ਕੀਤਾ ਜਾਵੇ, ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਅਪਰੋਚ ਕੀਤਾ ਜਾਵੇ ਤਾਂ ਕਿ ਉਹ ਸਾਰੇ ਹੀ ਜਿੰਨੇ ਵੀ 50-60 ਆਪਣੇ ਇੱਥੇ ਅਸੈਂਬਲੀਮੈਨ ਹਨ ਜਾਂ 40 ਆਪਣੇ ਸਟੇਟ ਸੈਨੇਟਰਸ ਹਨ ਕੈਲੀਫੋਰਨੀਆ ਦੇ, ਉਹ ਇਕੱਠੇ ਹੋ ਕੇ ਉੱਥੇ ਮਤਾ ਪਾਉਣ ਤੇ ਉਹ ਮਤਾ ਪਾਸ ਕੀਤਾ ਜਾਵੇ ਤਾਂ ਕਿ ਉਹ ਜਿਹੜੀ ਇੱਕ ਵੱਡੀ ਆਵਾਜ਼ ਹੋ ਕੇ ਅੱਗੇ ਉੱਥੇ ਪਹੁੰਚੇ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਣਾ ਦੇਖਿਆ ਸੀਗਾ ਵੀ ਜਦੋਂ ਆਪਣੇ ਬਾਈਡਨ ਨੇ ਲੈਣਾ ਸੀਗਾ ਆਪਣੇ ਓਥ ਲੈਣੀ ਸੀਗੀ, ਉਸ ਵੇਲੇ ਰਿਪਬਲਿਕਨਾਂ ਨੇ ਇੱਕ ਵਾਰੀ ਇਹ ਕਰਤਾ ਵੀ ਅਸੀਂ ਸਾਰੇ ਹੀ ਸਟੇਟ ਅਸੈਂਬਲੀਆਂ ਨੂੰ ਘੇਰਾਂਗੇ। ਆਪਾਂ ਸਾਰੇ ਹੀ ਅੱਡ-ਅੱਡ ਤਰੀਕੇ ਦੇ ਨਾਲ ਅੱਡ-ਅੱਡ ਟਾਈਮ ਦੇ ਉੱਤੇ ਬਹੁਤ ਹੀ ਸ਼ਲਾਘਾਯੋਗ ਹਨ ਮੈਂ ਜੋ ਆਪਾਂ ਆਪਣੇ ਇੱਥੇ ਮੁਜ਼ਾਹਰੇ ਕੀਤੇ ਹਨ, ਕਾਰ ਰੈਲੀਜ਼ ਕੀਤੀਆਂ ਹਨ, ਸਾਰੇ ਨੇ ਅੱਡ-ਅੱਡ ਟਾਈਮ ਕੀਤੀਆਂ। ਪਰ ਜੇ ਇੱਕ ਇਸੇ ਤਰ੍ਹਾਂ ਦਾ ਵੀ ਕੋਈ ਲਾਮਬੰਦ ਕੀਤਾ ਜਾਵੇ ਕਿ ਜਿੰਨੀਆਂ ਵੀ ਸਟੇਟਸ ਹਨ ਸਾਰਿਆਂ ਦੇ ਵਿੱਚ ਇੱਕ ਟਾਈਮ, ਕਿਉਂਕਿ ਆਪਾਂ ਕੋਵਿਡ ਕਰਕੇ ਹਰੇਕ ਇੱਦਾਂ ਦੂਰ ਆਪਾਂ ਉੱਥੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਨਹੀਂ ਜਾ ਸਕਦੇ, ਪਰ ਫਿਰ ਵੀ ਇੱਕ ਟਾਈਮ ਇੱਕ ਦਿਨ ਚੁਣ ਲਿਆ ਜਾਵੇ ਜਿਸ ਦੇ ਉੱਤੇ ਆਪਾਂ ਸਾਰੇ ਹੀ ਸੇਮ ਟਾਈਮ ਸਟੇਟ ਅਸੈਂਬਲੀ ਦੇ ਅੱਗੇ ਜੇ ਆਪਾਂ ਮੁਜ਼ਾਹਰਾ ਕਰ ਸਕੀਏ ਤਾਂ ਕਿ ਉਹ ਸਾਰੇ ਹੀ ਸਟੇਟਸ ਦੇ ਵੱਲੋਂ ਇੱਕ ਵੱਡਾ ਮੈਸੇਜ ਆਵੇ ਉੱਥੇ ਬਾਹਰ ਆਪਣੇ ਸੰਯੁਕਤ ਮੋਰਚੇ ਨੂੰ ਵੀ ਸਾਰੇ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ ਤੇ ਉਸੇ ਦੇ ਵਿੱਚੋਂ ਹੀ ਉਸ ਟਾਈਮ ਦੇ ਜੋ ਸਟੇਟ ਅਸੈਂਬਲੀਜ਼ ਦੇ ਆ ਉਹ ਮਤਾ ਪਾਸ ਕਰਨ ਤਾਂ ਕਿ ਉਹ ਆਪਾਂ ਸੋ ਬੇਸਿਕਲੀ ਜਿਹੜਾ ਮੇਰਾ ਮੈਸੇਜ ਸੀਗਾ ਉਹ ਵੀ ਆਰਗੇਨਾਈਜ਼ ਤਰੀਕੇ ਦੇ ਨਾਲ ਆਪਾਂ ਜੋ ਅੱਜ ਇੱਥੇ ਆਪਣਾ ਆਰਗੇਨਾਈਜ਼ ਆਪਣਾ ਕੀਤਾ ਗਿਆ ਹੈ ਇਕੱਠ, ਇਸ ਦੇ ਵਿੱਚ ਆਲਮੋਸਟ ਸਾਰੇ ਹੀ ਕੈਲੀਫੋਰਨੀਆ ਤੋਂ ਤੁਸੀਂ ਇੱਥੇ ਬੁਲਾਰੇ ਬੁਲਾਏ ਹਨ, ਆਰਗੇਨਾਈਜੇਸ਼ਨਾਂ 'ਚ ਬੁਲਾਈਆਂ ਹਨ, ਉਹ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਆਰਗੇਨਾਈਜ਼ ਕਰਕੇ ਇੱਕ ਅਸੈਂਬਲੀਮੈਨ ਨੂੰ ਕਾਂਟੈਕਟ ਕੀਤਾ ਜਾਵੇ। ਲੋਕਲ ਜਿਹੜਾ ਸਾਡਾ ਅਸੈਂਬਲੀਮੈਨ ਹੈ ਅਸੀਂ ਉਹਨੂੰ ਆਲਰੇਡੀ ਕੀਤਾ ਹੈ, ਸੋ ਉਹ ਆਲਰੇਡੀ ਹਮਾਇਤ ਦੇ ਵਿੱਚ ਹਨ, ਹੋਰ ਵੀ ਕਈਆਂ ਨੇ ਆਲਰੇਡੀ ਕੀਤੇ ਪਰ ਉਹਨੂੰ ਲਾਮਬੰਦ ਕੀਤਾ ਜਾਵੇ। ਇੰਨਾ ਕਹਿੰਦਾ ਹੋਇਆ ਬਹੁਤ ਧੰਨਵਾਦ ਹਾਂ ਜੋ ਅੱਜ ਤੁਸੀਂ ਇਕੱਠ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲਾਂ ਤਾਂ ਇੱਕ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿਸਾਨ ਜਥੇਬੰਦੀਆਂ ਤੋਂ ਡਿਮਾਂਡ ਕਰਨਾ ਚਾਹੀਦਾ ਕਿ ਤੁਸੀਂ ਇਹ ਸਾਨੂੰ ਦੱਸੋ ਕਿ ਗ੍ਰੋਸ ਜਿਹੜੀ ਮਿਸਕੰਡਕਟ ਕੀਤਾ ਇੰਡੀਆ ਦੀ ਗਵਰਨਮੈਂਟ ਨੇ ਤੁਹਾਡੇ ਨਾਲ, ਇੱਕ ਰਿਟਨ ਰਿਪੋਰਟ ਚਾਹੀਦੀ ਜਿਹਦੇ 'ਚ ਆਪਾਂ ਲਾਈਨ ਆਫ ਐਕਸ਼ਨ ਤਿਆਰ ਕਰ ਸਕੀਏ। ਆਪਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਉਹਨਾਂ ਦੇ ਵੱਲੋਂ ਇਹ ਕੀ ਲੱਗਦਾ ਕਿ ਉਹਨਾਂ ਨੇ ਕਿਹੜੀ ਗਲਤੀ ਕੀਤੀ ਇੰਡੀਅਨ ਗਵਰਨਮੈਂਟ ਨੇ, ਕਿਉਂਕਿ ਇਸ ਟਾਈਮ ਅਸੀਂ ਬਲੇਮ ਲਾ ਰਹੇ ਹਾਂ ਸਿਰਫ ਕਿ ਉੱਥੇ ਇਹ ਹੋਇਆ ਹਿਊਮਨ ਰਾਈਟ ਅਬਿਊਜ਼ ਤੇ ਰੈਵੋਲੂਸ਼ਨ ਜਿਹੜੀ ਉੱਥੇ ਚੱਲਣ ਦੀ, 2 ਡਿਫਰੈਂਟ ਇਸ਼ੂਜ਼ ਨੇ। ਤੇ ਜਿੰਨੇ ਵੀ ਸਾਡੀ ਗੱਲ ਹੋਈ ਹੈ ਇੱਥੇ ਐਕਚੁਅਲੀ ਹਿਊਮਨ ਰਾਈਟ ਅਬਿਊਜ਼ ਤੇ ਹੋਈ ਹੈ। ਆਪਣੇ ਕੋਲ ਰਿਟਨ ਦੇ ਵਿੱਚ ਕਿਸਾਨ ਜਥੇਬੰਦੀ ਨੇ ਕਿਸੇ ਨੇ ਵੀ ਕੋਈ ਵੀ ਪੇਪਰ ਨਹੀਂ ਦਿੱਤਾ। ਨਾਲੇ ਕੈਨੇਡਾ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਜਾਣੇ ਉਹ ਵੱਖਰੇ ਹੋਣੇ ਆ, ਈਸਟ ਕੋਸਟ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਜਾਣੇ ਵੱਖਰੇ ਹੋਣੇ ਆ। ਵੀ ਨੀਡ ਟੂ ਸਟੇ ਟੂਗੇਦਰ, ਵੀ ਨੀਡ ਟੂ ਸਟੇ ਯੂਨਾਈਟਿਡ ਜੇ ਉਹਨਾਂ ਦੀ ਸਪੋਰਟ ਕਰਨੀ ਹੈ। ਸੋ ਦੇਰ ਇਜ਼ 2 ਡਿਫਰੈਂਟ ਇਸ਼ੂਜ਼, ਹਿਊਮਨ ਰਾਈਟ ਅਬਿਊਜ਼ ਤੇ ਆਪਾਂ ਉਹਨਾਂ ਦੀ ਮਤਲਬ ਬਿਹਤਰੀ ਵਾਸਤੇ ਕੀ ਕਰ ਸਕਦੇ ਹਾਂ। ਸੋ ਸਾਡੀ ਇੱਕ ਬੇਨਤੀ ਹੈ ਕਿਸਾਨ ਜਥੇਬੰਦੀਆਂ ਤੋਂ, ਸਾਨੂੰ ਰਿਟਨ ਦੇ ਵਿੱਚ ਇੱਕ ਰਿਪੋਰਟ ਲਿਖ ਕੇ ਦਿੱਤੀ ਜਾਏ ਕਿ ਸਾਡੇ ਨਾਲ ਇਹ ਧੱਕਾ ਹੋਇਆ ਹੈ, ਫਿਰ ਆਪਾਂ ਕੋਈ ਕਾਰਵਾਈ ਕਰ ਸਕਦੇ ਹਾਂ। ਇਹਨੇ ਕਹਿਣਾ ਸੀਗਾ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਜਿਸ ਅੰਦੋਲਨ ਦੇ ਲਈ ਇਹ ਇਕੱਠ ਕੀਤਾ ਕਿਸਾਨ ਮੋਰਚੇ ਲਈ, ਉਸ ਦੇ ਲਈ ਆਪਾਂ ਕੋਈ ਵੀ ਨਾਰਾ ਨਹੀਂ ਲਾਇਆ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਾਰੇ ਬੁਲੰਦ ਕਰੀਏ, ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸੰਯੁਕਤ ਮੋਰਚਾ, ਸੰਯੁਕਤ ਮੋਰਚਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜਾ ਇਸ ਬੱਚਿਆਂ ਨੇ ਸਾਡਿਆਂ ਨੇ ਇਹ ਉਪਰਾਲਾ ਕੀਤਾ ਇਹ ਬਹੁਤ ਸ਼ਲਾਘਾਯੋਗ ਹੈ। ਉਸ ਤੋਂ ਵੱਡਾ ਧੰਨਵਾਦ ਜਿੰਨੀਆਂ ਵੀ ਸੰਗਤਾਂ, ਜਿੰਨੇ ਵੀ ਕਮੇਟੀਆਂ ਗੁਰਦੁਆਰਾ ਸਾਹਿਬ ਦੀਆਂ ਜਾਂ ਹੋਰ ਐਸੋਸੀਏਸ਼ਨਾਂ ਕੈਲੀਫੋਰਨੀਆ ਤੋਂ ਪਹੁੰਚੀਆਂ, ਮੈਂ ਸਾਰਿਆਂ ਦਾ ਆਪਦੇ ਦਿਲੋਂ ਧੰਨਵਾਦ ਕਰਦਾ। ਦੂਸਰੀ ਗੱਲ ਦੇਖੋ, ਕਿਸਾਨ ਯੂਨੀਅਨ ਅਲੱਗ-ਅਲੱਗ ਦੇਖੋ 32
40 ਯੂਨੀਅਨਾਂ ਨੇ ਪੰਜਾਬ ਵਿੱਚ ਅਲੱਗ-ਅਲੱਗ ਏਰੀਏ ਨੇ, ਅਲੱਗ-ਅਲੱਗ ਏਰੀਆ ਦੀਆਂ ਅਲੱਗ-ਅਲੱਗ ਸਮੱਸਿਆਵਾਂ ਨੇ। ਯੂਨੀਅਨਾਂ ਅਲੱਗ-ਅਲੱਗ ਇਸ ਕਰਕੇ ਬਣੀਆਂ ਸੀ। ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਹੜੇ ਸਾਰੇ ਇਕਮੁੱਠ ਹੋ ਕੇ ਹੁਣ ਤੱਕ ਜਦੋਂ ਤੇ ਪੰਜਾਬ ਤੋਂ ਮੋਰਚਾ ਚੱਲਿਆ, ਬਹੁਤ ਵਧੀਆ ਤਰੀਕੇ ਨਾਲ ਮੋਰਚਾ ਚਲਾਇਆ। ਸਾਰੀ ਪੰਜਾਬ ਨੇ ਮੁੱਢ ਲਾ ਕੇ ਸ਼ੁਰੂ ਕੀਤਾ, ਨਾਲ ਹਰਿਆਣਾ, ਯੂਪੀ, ਰਾਜਸਥਾਨ, ਈਵਨ ਕਿ ਸਾਰਾ ਹਿੰਦੁਸਤਾਨ ਦੇ ਕਿਸਾਨਾਂ ਨੇ ਸਹਿਯੋਗ ਦਿੱਤਾ, ਜਿਹਦੇ 'ਚ ਅੱਜ 40 ਤੋਂ 500 ਦੇ ਕਰੀਬ ਯੂਨੀਅਨਾਂ ਇਕੱਠੀਆਂ ਹੋਈਆਂ, ਜਿਹਦੀ ਪ੍ਰਧਾਨਗੀ ਆਪਾਂ ਕਰੀ ਪੰਜਾਬ ਨੇ। ਇਹ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬਹੁਤ ਸ਼ਲਾਘਾਯੋਗ ਕਦਮ ਸਮਝਦਾ ਇਹਨਾਂ ਬੱਚਿਆਂ ਦਾ, ਜਿਨ੍ਹਾਂ ਨੇ ਉਹਨਾਂ ਦੀ ਏਕਤਾ ਲਈ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ, ਮੈਨੂੰ ਪਤਾ ਮੇਰਾ ਬੱਚਾ ਵੀ ਇਹਨਾਂ ਦੇ ਵਿੱਚ ਆ, ਮੇਰੇ ਬੱਚੇ ਹੋਰ ਵੀ ਨੇ, ਇਹਨਾਂ ਨੇ ਰਾਤ ਨੂੰ 12-12, 1-1 ਵਜੇ ਤੱਕ ਮੀਟਿੰਗਾਂ ਕਰਕੇ, ਮੀਟਿੰਗਾਂ 'ਚ ਬੈਠ ਕੇ ਉੱਥੇ ਇੰਡੀਆ ਆਪਣੇ ਯੂਨੀਅਨਾਂ ਨਾਲ ਗੱਲਾਂ ਕਰਕੇ ਜਿਹੜੇ ਲੀਡਰ ਨੇ ਇਹ ਇਸ ਸਿੱਟੇ ਤੇ ਪਹੁੰਚੇ ਵੀ ਆਪਾਂ ਇੱਥੋਂ ਇਕੱਠ ਕਰਕੇ ਉਹਨਾਂ ਕੋਲ ਸੁਨੇਹਾ ਭੇਜੀਏ, ਤੇ ਜੇ ਆਪਣੇ ਸੁਨੇਹੇ ਨਾਲ ਏਕਤਾ ਹੋ ਜਾਂਦੀ ਆ ਤਾਂ ਉਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਹੋ ਸਕਦਾ। ਇਹਨਾਂ ਕੁਝ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੇ ਵੀ ਵੀਰਾਂ ਵੱਲੋਂ ਸੁਝਾਅ ਆਏ ਨੇ, ਤਕਰੀਬਨ 3-4 ਵੀਰਾਂ ਨੇ ਬੈਠ ਕੇ ਉਹ ਇੱਕ ਐਲਾਨਨਾਮੇ ਆਪਾਂ ਸੰਗਤ ਦਾ ਹੁਕਮ ਹੋਇਆ ਕਿ ਜ਼ਰੂਰ ਆਪਾਂ ਕੁਝ ਨਾ ਕੁਝ ਇੱਥੋਂ ਬੋਲਿਆ ਜਾਵੇ। ਉਦੋਂ ਪਹਿਲਾਂ ਕੁਝ ਬੇਨਤੀਆਂ ਨੇ ਜਿਹੜੀਆਂ ਫਾਈਨਲ ਆਪਾਂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰੀਏ ਵੀ ਇਹ ਕਿਸੇ ਇੱਕ ਜਥੇਬੰਦੀ ਜਾਂ ਕਿਸੇ ਇੱਕ ਗੁਰੂ ਘਰ ਦੀ ਸੰਗਤ ਵੱਲੋਂ ਨਹੀਂ, ਇਹ ਸਾਰੇ ਹੀ ਰਲ ਕੇ ਨੌਜਵਾਨ ਵੀਰਾਂ ਵੱਲੋਂ ਇਹ ਉਪਰਾਲਾ ਸੀ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁੱਧਾ ਦੂਰ ਕਰੋ ਲਿਵ ਲਾਏ। ਸੋ ਉਸ ਸਿਧਾਂਤ ਮੁਤਾਬਕ ਅਸੀਂ ਇਕੱਠੇ ਹੋ ਕੇ ਜੁੜ ਬੈਠਣ ਦਾ ਜਿਹੜਾ ਉਪਰਾਲਾ ਕੀਤਾ, ਕਿਉਂਕਿ ਸਾਨੂੰ ਪੰਜਾਬ ਤੋਂ ਕਾਲ ਆਈ ਕਿ ਤੁਸੀਂ ਦਿੱਲੀ ਦੀਆਂ ਅੰਬੈਸੀਆਂ ਘੇਰ ਲਓ, ਵਰਲਡ ਵਾਈਡ ਅੰਬੈਸੀਆਂ ਘੇਰ ਲਓ। ਅਸੀਂ ਉਹ ਘੇਰੀਆਂ, ਜੋ ਸਾਨੂੰ ਹੁਕਮ ਹੋਇਆ ਜਥੇਬੰਦੀਆਂ ਵੱਲੋਂ ਅਸੀਂ ਉਹ ਪੂਰਾ ਨਿਭਾਇਆ। ਤੇ ਤੁਸੀਂ ਦੇਖਿਆ ਕਿ ਪੂਰੇ ਵਰਲਡ ਨੇ, ਅਮਰੀਕਾ ਦਾ ਵੀ, ਆਪਾਂ ਅਮਰੀਕਾ 'ਚ ਖੜੇ ਆ, ਅਮਰੀਕਾ ਦਾ ਵੀ ਨਾਮ ਲੈਂਦੇ ਆ, ਪਰ ਪੂਰੇ ਵਰਲਡ ਨੇ ਉੱਥੇ ਲੰਗਰਾਂ ਦੀ ਘਾਟ ਨਹੀਂ ਛੱਡੀ। ਕਿਤੇ ਲੱਕੜਾਂ ਦੀ ਘਾਟ ਆਈ, ਲੱਕੜਾਂ ਦੇ 15-15 ਟਰੱਕ ਪਹੁੰਚ ਗਏ, ਬਦਾਮਾਂ ਦੇ ਲੰਗਰ, ਖੋਏ ਦੀਆਂ ਪਿੰਨੀਆਂ ਦੇ ਲੰਗਰ, NRI ਵੀਰਾਂ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜੀ ਮਾਲੀ ਸਹਾਇਤਾ ਦਿੱਤੀ ਗਈ ਆ। ਤੇ ਜਿੱਥੇ ਅਸੀਂ ਜਥੇਬੰਦੀਆਂ ਦੇ ਹੁਕਮ ਮੰਨੇ ਨੇ, ਉੱਥੇ ਅੱਜ ਅਸੀਂ ਜਥੇਬੰਦੀਆਂ ਨੂੰ, ਮੈਂ ਛੋਟਾ ਵਾਂ, ਉਹ ਬਹੁਤ ਸਿਆਣੇ ਨੇ, ਮੈਂ ਇਹ ਤਾਂ ਨਾ ਕਹਾਂ ਵੀ ਅਸੀਂ ਹੁਕਮ ਕਰਨਾ, ਪਰ ਅਸੀਂ ਇੱਕ ਅੱਜ ਪੂਰੇ ਅਮਰੀਕਾ ਦੀ ਸੰਗਤ ਵੱਲੋਂ, ਕੈਲੀਫੋਰਨੀਆ ਦੀ ਖਾਸ ਕਰਕੇ ਸੰਗਤ ਵੱਲੋਂ ਜਿਹੜੇ ਐਲਾਨਨਾਮੇ, ਇਹਨੂੰ ਐਲਾਨਨਾਮੇ ਕਹਿ ਲਓ ਚਾਹੇ ਬੇਨਤੀ ਰੂਪ 'ਚ, ਕਿਉਂਕਿ ਮੈਂ ਇੰਨਾ ਵੱਡਾ ਨਹੀਂ ਕਿ ਮੈਂ ਕਿਸੇ ਨੂੰ ਹੁਕਮ ਕਰਨ ਦੇ ਉਹ ਕਰਾਂ। ਆਪਾਂ ਅੱਜ ਸਾਰਿਆਂ ਨੇ ਬਣ ਕੇ, ਜੋ ਇੱਥੋਂ ਦੀ ਸੰਗਤ ਨੂੰ ਉੱਪਰ ਬੈਠਿਆਂ ਦਿਸਿਆ ਕਿ ਆਹ ਸਾਡੀਆਂ ਜਥੇਬੰਦੀਆਂ ਤੋਂ ਕਿਤੇ ਨਾ ਕਿਤੇ ਗੱਲ ਕਰਨ 'ਚ ਗਲਤੀ ਹੋਈ ਆ ਜਾਂ ਗੱਲ ਕਰਨ 'ਚ ਢਿਲਾਈ ਹੋਈ ਆ, ਜਿੱਦਾਂ ਨੌਜਵਾਨਾਂ ਦੇ ਨਾਲ ਸਾਥ ਨਹੀਂ ਦਿੱਤਾ, ਜਾਂ ਜਿੱਦਾਂ ਬੱਚਿਆਂ ਔਰ ਨੌਜਵਾਨਾਂ ਦਾ ਜਿਹੜਾ ਸ਼ੁਰੂ ਤੋਂ ਥੋੜਾ ਜਿਹਾ ਡਿਫਰੈਂਸ ਰਿਹਾ ਵਾ। ਆਪਾਂ ਸਾਰੇ ਜਾਣਦੇ ਹਾਂ, ਬਹੁਤਿਆਂ ਨੇ ਇਹ ਸੱਚਾਈ ਸਾਹਮਣੇ ਰੱਖੀ ਆ, ਚਾਹੇ ਉਹ ਲੱਖਾ ਸਿਧਾਣਾ, ਚਾਹੇ ਦੀਪ ਸਿੱਧੂ ਆ, ਚਾਹੇ ਉਹ ਸਾਰੇ ਸਿੰਗਰ ਨੇ, ਜਾਂ ਹੋਰ ਵੀ ਜਿੰਨੇ ਨੌਜਵਾਨ ਨੇ। ਅੱਜ ਉਹਨਾਂ ਨੂੰ ਦਿੱਲੀ ਦੇ ਵਿੱਚ ਪੂਰੀ ਸਪੋਰਟ ਉਹਨਾਂ ਦੇ ਕਰਕੇ ਹੀ ਮੋਰਚਾ ਇਸ ਲੈਵਲ ਤੱਕ, ਹਾਈ ਤੱਕ ਗਿਆ। ਅਸੀਂ ਉਸ ਨੂੰ ਬਾਹਰਲੀ ਬੈਠੀ ਸੰਗਤ ਅੱਖੋਂ ਪਰੋਖੇ ਨਹੀਂ ਕਰਦੀ, ਪਰ ਫਿਰ ਵੀ ਜਿਹੜੀ ਜਥੇਬੰਦੀ ਆ, ਸਮਾਂ ਘਟ ਗਿਆ, ਇਤਿਹਾਸ ਸਾਡਾ ਦੱਸਦਾ ਕਿ ਜਿੱਥੇ ਵੀ ਲੜਾਈ ਲੜੀ ਆ, ਉਹ ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਇਤਿਹਾਸ ਸਾਡੇ ਸਾਹਮਣੇ ਆ, ਜਿਹਦੇ ਵਿੱਚ ਨੌਜਵਾਨਾਂ ਦਾ ਵੀ ਸਹਿਯੋਗ ਆ, ਜਿੱਥੇ ਬੱਚਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਆ, ਸਾਡੀਆਂ ਬੀਬੀਆਂ ਭੈਣਾਂ ਦਾ ਵੀ ਸਹਿਯੋਗ ਆ। ਸੋ ਸਾਰਿਆਂ ਦਾ ਆਪਾਂ ਧੰਨਵਾਦ ਵੀ ਕਰਨਾ। ਹੁਣ ਆਪਾਂ ਜਲਦੀ ਐਲਾਨਨਾਮਿਆਂ ਵੱਲ ਵਧੀਏ। ਮੈਂ ਇਹਨੂੰ ਐਲਾਨਨਾਮੇ ਆਪਾਂ ਸ਼ਬਦ ਦਿੱਤਾ, ਜੇ ਕਿਸੇ ਨੂੰ ਆਪਾਂ ਕੋਈ ਲੱਗੇ, ਕਿਉਂਕਿ ਕੋਈ ਆਪਾਂ ਪਲੈਨਿੰਗ ਕੀਤਾ ਹੋਇਆ ਕੁਛ ਨਹੀਂ, ਆਪਾਂ ਸਿਰਫ ਸਾਰੇ ਮਤੇ ਕਹਿ ਲਓ, ਐਲਾਨਨਾਮੇ ਕਹਿ ਲਓ, ਆਪਾਂ ਸੰਦੇਸ਼ ਕਹਿ ਲਓ, ਠੀਕ ਹੈ ਜੀ। ਕਈ ਵਾਰ ਸ਼ਬਦਾਂ ਦੀ ਕਈ ਵਾਰ ਚੋਣ ਮੇਰੇ ਵਰਗੇ ਗਰੀਬ ਬੰਦੇ ਤੋਂ ਨਹੀਂ ਹੁੰਦੀ। ਸੋ ਇਹ ਚੀਜ਼ਾਂ ਆਪਾਂ ਉੱਥੇ ਪਹੁੰਚਦੀਆਂ ਕਰਨੀਆਂ ਨੇ। ਉਦੋਂ ਪਹਿਲਾਂ ਇੱਕ ਬੇਨਤੀ ਆ, ਜਿਹੜਾ ਲਿੰਕ ਆ ਤੁਹਾਨੂੰ, ਉਹ ਸਾਡੇ ਜਿਹੜੇ ਓਮਨੀ ਵਾਲੇ ਵੀਰ ਜੀ, ਓਮਨੀ ਵੀਡੀਓ ਬੇਕਰਸਫੀਲਡ ਵਾਲੇ ਆ, ਇੱਕ ਵਾਰੀ ਫੋਨ ਚੱਕੋ ਤੇ ਮਾੜਾ ਜਿਹਾ ਨੰਬਰ ਨੋਟ ਕਰੋ, ਤੇ ਉਦੋਂ ਬਾਅਦ ਆਪਾਂ ਫਿਰ ਐਲਾਨਨਾਮੇ ਕਰਦੇ ਹਾਂ, ਕਿਉਂਕਿ ਉਦੋਂ ਬਾਅਦ ਕਿਤੇ ਆਏ ਨੰਬਰ ਮੇਰੇ ਕੋਲੋਂ ਮੈਸੇਜ ਜਿਹੜਾ ਸੁਨੇਹਾ ਨਿਕਲ ਨਾ ਜਾਵੇ। 661 ਬੇਕਰਸਫੀਲਡ ਦਾ ਏਰੀਆ ਕੋਡ ਆ, ਸਾਰਿਆਂ ਨੂੰ ਯਾਦ ਆ, 661-703
703-6664 703-6664 ਬੇਕਰਸਫੀਲਡ ਦਾ ਏਰੀਆ ਕੋਡ ਆ। ਤੁਸੀਂ ਇਹਨਾਂ ਨੂੰ ਆਪਣਾ ਜਿਹੜਾ ਟੈਕਸ ਕਰ ਦਿਓ, ਇਹ ਤੁਹਾਨੂੰ ਲਿੰਕ ਭੇਜਣਗੇ। ਇਹੀ ਵੀਡੀਓ ਆਪਾਂ ਪੂਰੇ ਵਰਲਡ ਵਾਈਡ ਮੀਡੀਆ ਤੱਕ ਆਪਾਂ ਪਹੁੰਚਦੀ ਕਰਾਂਗੇ। ਜੋ ਅੱਜ ਪੂਰੇ ਕੈਲੀਫੋਰਨੀਆ ਦੀਆਂ ਜਥੇਬੰਦੀਆਂ ਸੰਗਤਾਂ ਨੇ ਆਪਾਂ ਇਕੱਠਿਆਂ ਹੋ ਕੇ ਇੱਕ ਸੁਨੇਹਾ ਸਾਡੇ ਉੱਥੇ ਨੌਜਵਾਨਾਂ ਨੂੰ ਦੇਣਾ, ਇੱਕ ਸੁਨੇਹਾ ਸਾਡੇ ਉੱਥੇ ਬਜ਼ੁਰਗਾਂ ਨੂੰ ਦੇਣਾ, ਇੱਕ ਸੁਨੇਹਾ ਜਿਹੜਾ ਸਾਡੀ ਉੱਥੇ ਲੜ ਰਹੀ ਟੀਮ ਸੰਯੁਕਤ ਮੋਰਚਾ ਵਾ ਅਸੀਂ ਉਹਨੂੰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਦਾ ਤੁਹਾਡਾ ਕਦਮ ਕਦਮ ਚੱਲ ਕੇ ਆਇਆਂ ਦਾ ਲੇਖੇ। ਬਹੁਤ ਲੰਬਾ ਟਾਈਮ ਸਾਰਿਆਂ ਨੇ ਸਬਰ ਸੰਤੋਖ ਦਾ ਜੋ ਸਬੂਤ ਦਿੱਤਾ ਵਾ। ਤਕਰੀਬਨ ਜਿੱਦਣ ਦਾ ਇਹ ਮੋਰਚਾ ਚੱਲਿਆ ਵਾ, ਕੈਲੀਫੋਰਨੀਆ ਦੀ ਸੰਗਤ ਕਿਸੇ ਗੱਲ ਦੇ ਵਿੱਚੋਂ ਪਿੱਛੇ ਨਹੀਂ ਰਹੀ। ਕਿਉਂ ਨਹੀਂ ਰਹੀ? ਮੁੱਕਦੀ ਗੱਲ ਇਹ ਆ, 100 ਹੱਥ ਰੱਸਾ ਸਿਰੇ ਤੇ ਗੰਢ। ਤੁਹਾਡਾ ਦਰਦ, ਤੁਹਾਡਾ ਇਸ ਮੋਰਚੇ ਨੂੰ ਇੰਨੀ ਗੰਭੀਰਤਾ ਨਾਲ ਲੈਣ ਦਾ ਇੱਕੋ ਹੀ ਕਾਰਨ ਹੈ ਵੀ ਸਾਡਾ ਜਿਹੜਾ ਪੰਜਾਬ ਆ ਇਹ ਵਸਦਾ ਰਹੇ। ਪਰ ਪ੍ਰੋਬਲਮ ਇਹ ਆ ਵੀ ਜੇ ਪੰਜਾਬ ਵਸਦਾ ਵਾ ਤਾਂ ਜਿਹੜੇ ਜ਼ਾਲਮ ਨੇ, ਹਕੂਮਤਾਂ ਨੇ, ਉਹ ਬਚਦੀਆਂ ਨਹੀਂ ਹੈਗੀਆਂ। ਇਸ ਕਰਕੇ ਪੰਜਾਬ ਨੂੰ ਵਸਦਾ ਦੇਖਣ ਨਹੀਂ ਚਾਹੁੰਦੇ। ਚਾਹੇ ਪਾਣੀ ਦੇ ਐਕਟ ਹੋਣ, ਚਾਹੇ ਬੋਲੀ ਦੇ ਹੋਣ, ਚਾਹੇ ਉੱਥੇ ਸਾਡੀ ਜ਼ਮੀਨ ਦੀ ਗੱਲ ਹੋਵੇ, ਸਾਡੀ ਸਿੱਖਿਆ ਦੀ ਗੱਲ ਹੋਵੇ। ਜਿੰਨਾ ਚਿਰ ਪੰਜਾਬ ਵਸਦਾ, ਪੰਜਾਬ ਦੇ ਝੰਡੇ ਝੂਲਦੇ ਨੇ, ਪੰਜਾਬ ਦੇ ਖੇਤਾਂ 'ਚ ਪੰਜਾਬ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਰੌਣਕਾਂ, ਉਹਨਾਂ ਦਾ ਜਿਹੜਾ ਆਪਦਾ ਫਿਰਕਾ ਪ੍ਰਸਤ ਏਜੰਡਾ ਵਾ ਉਹ ਖਤਮ ਨਹੀਂ ਹੁੰਦਾ। ਸਾਨੂੰ ਜੋ ਨਿਗਲਣ ਦੀਆਂ ਗੱਲਾਂ ਨੇ ਸਾਡੀ ਇਸ ਸੋਚ ਨੂੰ, ਸਾਡੇ ਨਿਆਰੇਪਣ ਨੂੰ, ਉਹ ਸਿਰੇ ਨਹੀਂ ਲੱਗਦੀ ਹੈਗੀ। ਸੋ ਅੱਜ ਜੋ ਮਤੇ ਨੇ, ਤਕਰੀਬਨ 5-6 ਮਤੇ ਨੇ ਜਿਹੜੇ ਤਿਆਰ ਕੀਤੇ ਗਏ ਨੇ। ਲੋ ਮੈਂ ਕਹਾਂਗਾ ਰਾਜਵੀਰ ਜੀ ਪੜ੍ਹ ਦਿੰਦੇ ਆ। ਮੈਂ ਬੇਨਤੀ ਕਰਾਂਗਾ ਜਿਹੜੇ ਮਤੇ ਨੇ, ਤੇ ਸਾਰੀ ਸੰਗਤ ਨੂੰ ਬੇਨਤੀ ਆ ਬਈ ਤਕਰੀਬਨ ਤੁਹਾਡੀ ਸਾਰਿਆਂ ਦੀ ਜਿਹੜੀ ਰਾਏ ਆ ਉਹ ਵੀਰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਲਿਖੀ ਆ। ਪਰੋਂਦਿਆਂ ਕੋਈ ਲਫ਼ਜ਼, ਕੋਈ ਕਿਸੇ ਕਿਸਮ ਦੀ ਵਿਆਕਰਣ ਦੇ ਵਿੱਚ ਗੱਲ ਅੱਗੇ ਪਿੱਛੇ ਹੋਵੇ, ਸਾਰੇ ਸਮਝਦਾਰ ਹੋ। ਤੇ ਇਹਦੇ ਲਈ ਸਾਰੇ ਇੰਨੀ ਕੁ ਲਿਬਰਟੀ ਇਹਨਾਂ ਨੂੰ ਵੀਰਾਂ ਨੂੰ ਜ਼ਰੂਰ ਦਿਓ। ਤੁਸੀਂ ਸਾਨੂੰ ਸਾਰੇ ਜਿੰਨੇ ਬੰਦਿਆਂ ਨੇ, ਇਹਨਾਂ ਨੇ ਵਿਚਾਰਿਆਂ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਆ, ਵੀ ਬੇਸ਼ੱਕ ਤੁਹਾਡੀ ਇੱਛਾ, ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੇ ਇੱਕ ਇੱਕ ਲਫ਼ਜ਼ ਬੇਸ਼ੱਕ ਨਾ ਹੋਵੇ, ਪਰ ਓਵਰਆਲ ਤੁਹਾਡੇ ਜਿਹੜੇ ਮਨਾਂ ਦੀ ਹੂਕ ਆ ਉਹੀ ਆ ਜੋ ਇਹਨਾਂ ਮਤਿਆਂ ਦੇ ਵਿੱਚ ਪੜ੍ਹੀ ਜਾਵੇਗੀ। ਸੋ ਹੁਣ ਮੈਂ ਬੇਨਤੀ ਕਰਾਂਗਾ, ਵੀਰ ਸਾਡਾ ਰਾਜਦੀਪ ਪੰਨੂ ਮਤੇ ਪੜ੍ਹੇਗਾ ਜੀ। ਹਾਂਜੀ, ਧੰਨਵਾਦ ਸੰਦੀਪ ਬਾਈ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਸੱਦੇ ਦੇ ਇੱਥੇ ਪਹੁੰਚੇ। ਤੇ ਜੰਟੀ ਬਾਈ ਹੋਣਾ ਦੀ ਬਹੁਤ ਸਪੋਰਟ ਆ ਸਾਨੂੰ। ਸਾਰੇ ਜਿਹੜੇ ਕੈਲੀਫੋਰਨੀਆ ਦੀ ਸੰਗਤ ਆ ਉਹਨਾਂ ਨੇ ਆਪਣੇ ਆਪਣੇ ਲੈਵਲ ਤੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ। ਅਸੀਂ ਕੋਈ ਕਿਸੇ ਧਿਰ ਨਾਲ ਨਹੀਂ ਖੜੇ, ਸਾਡੀ ਕੋਈ ਆਪਦੀ ਪਾਰਟੀ ਨਹੀਂ ਗੀ। ਕਈ ਵਾਰੀ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ, ਕਿਸੇ ਦੇ ਸੁਝਾਅ ਸਾਡੇ ਕੋਲੋਂ ਸ਼ਾਇਦ ਨਾ ਲਏ ਗਏ ਹੋਣ, ਕਿਸੇ ਦੀ ਗੱਲ ਸਾਡੇ ਕੋਲੋਂ ਨਾ ਰੱਖੀ ਗਈ ਹੋਵੇ, ਕਿਸੇ ਤਰ੍ਹਾਂ ਦੀ ਵੀ ਕੋਈ ਸਾਡੇ ਤੋਂ ਗਲਤੀ ਹੋਈ ਹੋਵੇ, ਉਹਦੀ ਅਸੀਂ ਖਿਮਾ ਚਾਹੁੰਦੇ ਹਾਂ ਜੀ। ਪਰ ਸਾਡਾ ਜਿਹੜਾ ਮੇਨ ਮੰਤਵ ਸੀ ਕਿ ਸਾਡੇ ਪੰਜਾਬ ਦੀ ਹੋਂਦ ਬਚੀ ਰਹੇ, ਉਹਦੇ ਕਰਕੇ ਅਸੀਂ ਇਹ ਸਾਰੇ ਅੱਜ ਇਕੱਠੇ ਹੋਏ ਹਾਂ ਜੀ। ਸਾਰਿਆਂ ਦੇ ਸੁਝਾਅ ਦੇ ਮੁਤਾਬਕ ਜੋ ਅੱਜ ਸਾਡੀ ਡਿਸਕਸ਼ਨ ਹੋਈ ਆ, ਉਹਦੇ ਹਿਸਾਬ ਦੇ ਨਾਲ ਅਸੀਂ ਐਲਾਨਨਾਮਾ ਜਾਰੀ ਕੀਤਾ ਜੀ। ਸਾਡਾ ਸਭ ਤੋਂ ਪਹਿਲਾ ਜਿਹੜਾ ਅਸੀਂ ਐਲਾਨ ਕੀਤਾ ਜੀ, ਉਹਦੇ 'ਚ ਸਾਡੀ ਅਮਰੀਕਾ ਦੀ ਸਿੱਖ ਸੰਗਤ ਵੱਲੋਂ ਬੇਨਤੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਨੌਜਵਾਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝ ਬਣਾ ਕੇ ਉਹਨਾਂ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਇਹ ਮੋਰਚਾ ਲੜਨ। ਯਾਦ ਰਹੇ ਕਿ ਇਹ ਲੜਾਈ ਸਾਡੀ ਸਭ ਦੀ ਸਾਂਝੀ ਹੈ ਤੇ ਸਾਡਾ ਦੁਸ਼ਮਣ ਬੜਾ ਹੀ ਤਕੜਾ ਤੇ ਸ਼ਾਤਰ ਹੈ। ਤੁਹਾਡੀ ਸਾਰਿਆਂ ਦੀ ਇਕਜੁੱਟਤਾ ਨੂੰ ਬਹਾਲ ਕਰਨ ਲਈ ਅਮਰੀਕਾ ਦੀ ਸੰਗਤ ਮੀਡੀਏਟਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਸਾਡੀ ਇਸ ਮੀਟਿੰਗ ਤੋਂ ਬਾਅਦ ਅਸੀਂ ਸਾਰੀਆਂ ਧਿਰਾਂ ਨਾਲ ਰਾਬਤਾ ਕਾਇਮ ਕਰਾਂਗੇ ਜੀ। ਸਤਿ ਸ੍ਰੀ ਅਕਾਲ। ਅਮਰੀਕਾ ਦੀ ਸਿੱਖ ਸੰਗਤ ਵੱਲੋਂ ਸਾਡੇ ਯੂਨੀਅਨ ਲੀਡਰ ਨੂੰ ਬੇਨਤੀ ਹੈ ਕਿ ਜਿਹੜੇ ਨੌਜਵਾਨ ਜਾਂ ਬਜ਼ੁਰਗ 26 ਜਨਵਰੀ ਦੀ ਘਟਨਾ ਤੋਂ ਲੈ ਕੇ ਰਾਜਨੀਤਿਕ ਦਬਾਅ ਹੇਠ ਲਗਾਤਾਰ ਪੁਲਿਸ ਦੀਆਂ ਝੂਠੀਆਂ FIR ਦੇ ਅਧੀਨ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਨੇ, ਜਿਨ੍ਹਾਂ ਵਿੱਚ ਸਾਡੀ ਇੱਕ ਭੈਣ ਨਵਦੀਪ ਕੌਰ ਜਿਹੜੀ ਕਿ ਅਜੇ ਵੀ ਜੇਲ੍ਹ ਵਿੱਚ ਹੈ, ਉਹਨਾਂ ਨੂੰ ਰਿਹਾ ਕਰਾਉਣ ਦੀ ਸ਼ਰਤ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ ਤਾਂ ਜੋ ਪਿੰਡਾਂ ਵਿੱਚੋਂ ਆਉਣ ਵਾਲੀ ਸੰਗਤ ਦਾ ਹੌਸਲਾ ਬੁਲੰਦ ਰਹੇ। ਸਤਿ ਸ੍ਰੀ ਅਕਾਲ। ਅਮਰੀਕਾ ਦੀ ਸਿੱਖ ਸੰਗਤ ਇਹ ਐਲਾਨ ਕਰਦੀ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਦੀ ਹਰ ਪੱਖੋਂ ਉਦੋਂ ਤੱਕ ਮਦਦ ਕਰਦੇ ਰਹਾਂਗੇ ਜਦੋਂ ਤੱਕ ਇਹ ਬਿੱਲ ਵਾਪਸ ਤੇ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।
ਅਮਰੀਕਾ ਦੀ ਸੰਗਤ ਨੇ ਇੱਕ ਇਹ ਵੀ ਫੈਸਲਾ ਲਿਆ ਤੇ ਅਪੀਲ ਕਰਦੀ ਹੈ ਕਿ ਜਿਹੜੇ ਅੱਜ ਸਾਡੇ ਜਿੰਨੇ ਵੀ ਅਮਰੀਕੀ ਇੱਥੇ ਭਾਈਚਾਰਾ ਹੈ ਉਹ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੱਕਦੇ ਹੋਏ ਆਪਣੇ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨੀ ਅੰਦੋਲਨ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਗੇ ਤਾਂ ਕਿ ਅਸੀਂ ਆਪਣੀਆਂ ਜਥੇਬੰਦੀਆਂ ਦੇ ਹੱਥ ਮਜ਼ਬੂਤ ਕਰ ਸਕੀਏ। ਤੇ ਆਖਰ ਵਿੱਚ ਜਿਹੜੇ ਅਸੀਂ ਇੱਥੋਂ ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਹੈ ਕਿ ਜਿਹੜੇ ਬਾਲੀਵੁੱਡ ਜਾਂ ਹੋਰ ਜਿਹੜੇ ਕਲਾਕਾਰ ਨੇ ਜਾਂ ਜਿਹੜੇ ਇੰਡੀਅਨ ਪਲੇਅਰ ਹੈ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਹੈ, ਜਿਹੜੇ ਅੱਗੋਂ ਵੀ ਅਜਿਹਾ ਕਰਨਗੇ ਉਹਨਾਂ ਦਾ ਅਮਰੀਕਾ ਵਿੱਚ ਹਰ ਜਗ੍ਹਾ ਤੇ ਬਾਈਕਾਟ ਕੀਤਾ ਜਾਵੇਗਾ। ਜੇ ਕਿਸੇ ਪ੍ਰਮੋਟਰ ਨੇ ਪੈਸੇ ਦੇ ਲਾਲਚ ਕਰਕੇ ਉਹਨਾਂ ਦਾ ਸਾਥ ਦਿੱਤਾ ਤਾਂ ਉਹਨਾਂ ਦਾ ਵੀ ਅਸੀਂ ਵੱਡੇ ਪੱਧਰ ਤੇ ਵਿਰੋਧ ਕਰਾਂਗੇ। ਇਹ ਸੀ ਜੀ ਸਾਡੇ ਅੱਜ ਦੇ ਐਲਾਨਨਾਮੇ, ਸਾਡੀ ਮੀਟਿੰਗ ਦੇ ਸਿੱਟੇ, ਤੇ ਅਸੀਂ ਇਹਦੀ ਇੱਕ ਚਿੱਠੀ ਬਣਾ ਕੇ ਅਸੀਂ ਜਨਤਕ ਤੌਰ ਤੇ ਸਾਰੇ ਮੀਡੀਆ ਨੂੰ ਵੀ ਦੇਵਾਂਗੇ। ਤੇ ਉਸ ਤੋਂ ਬਿਨਾਂ ਅਸੀਂ ਸਾਰੀ ਸੰਗਤ ਦੀ ਜੇ ਮਨਜ਼ੂਰੀ ਹੋਵੇ ਤਾਂ ਇੱਕ ਵਾਰੀ ਜਕਾਰਾ ਛੱਡਾਂਗੇ ਜੀ, ਸਾਰੇ ਇੱਕ ਵਾਰੀ ਇਹਦੇ ਤੇ ਸਹਿਮਤੀ ਪ੍ਰਗਟਾਇਓ ਜੀ। ਸਤਿ ਸ੍ਰੀ ਅਕਾਲ। ਜਿੰਦਾਬਾਦ। ਕਿਸਾਨ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫ੍ਰਿਜ਼ਨੋ ਕੈਲੀਫੋਰਨੀਆ ਦੀ ਧਰਤੀ ਤੋਂ ਸਮੁੱਚੀ ਸੰਗਤ ਔਰ ਪੂਰੇ ਕੈਲੀਫੋਰਨੀਆ ਦੀ ਜਿਹੜੀ ਗੁਰੂ ਘਰਾਂ ਦੀਆਂ ਕਮੇਟੀਆਂ ਔਰ ਜਿੰਨੀਆਂ ਵੀ ਅਮਰੀਕਾ ਦੀਆਂ ਜਥੇਬੰਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਜਥੇਬੰਦੀਆਂ ਅੱਜ ਫ੍ਰਿਜ਼ਨੋ ਦੀ ਧਰਤੀ ਤੇ ਇਕੱਤਰ ਹੋਏ, ਜੋ ਅੱਜ ਦਿੱਲੀ ਦੀ ਸਰਕਾਰ ਵੱਲੋਂ 3 ਬਿੱਲ ਪਾਸ ਕੀਤੇ ਗਏ ਨੇ। ਉਹਨਾਂ ਦੇ ਅੰਗੇਸਟ ਜੋ ਚੱਲ ਰਹੇ ਕਿਸਾਨੀ ਧਰਨਾ, ਪੂਰੇ ਇੰਡੀਆ ਦੇ ਕਿਸਾਨ ਜੋ ਅੱਜ ਦਿੱਲੀ ਦੀਆਂ ਬਾਰਡਰਾਂ ਤੇ ਬੈਠੇ ਨੇ, ਉਹਨਾਂ ਦੇ ਹੱਕ ਵਿੱਚ ਇਹ ਮੀਟਿੰਗ ਹੋਈ। ਜੋ ਮੀਟਿੰਗ ਦੇ ਵਿੱਚ ਕੁਝ ਅਹਿਮ ਮਤੇ ਪਾਸ ਕੀਤੇ ਗਏ ਨੇ, ਉਹ ਅੱਜ ਅਸੀਂ ਇੱਥੋਂ ਮੀਡੀਆ ਦੇ ਰਾਹੀਂ ਜਨਤਕ ਕਰਨ ਔਰ ਵੀਡੀਓ ਰਾਹੀਂ ਪੂਰੀ ਦੁਨੀਆ ਨੂੰ ਅਸੀਂ ਸੰਦੇਸ਼ ਦੇਵਾਂਗੇ। ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਤੱਕ ਇਹ ਮੋਰਚਾ ਨਹੀਂ ਅਸੀਂ ਜਿੱਤ ਜਾਂਦੇ, ਤੁਸੀਂ ਇੱਥੋਂ ਬਿਲਕੁਲ ਨਹੀਂ ਜਾਣਾ। ਅਸੀਂ ਇਸ ਮੋਰਚੇ ਦੀ ਸਫਲਤਾ ਔਰ ਜਿੰਨੇ ਸਾਡੇ ਬੱਚੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਔਰ ਜਿੰਨੇ ਵੀ ਤੁਸੀਂ ਉੱਥੋਂ ਐਲਾਨਨਾਮੇ ਪਾਸ ਕਰ ਚੁੱਕੇ ਹੋ, ਅਸੀਂ ਉਹਨਾਂ ਤੋਂ ਬਿਨਾਂ ਇੱਕ ਵੀ ਚੀਜ਼ ਘੱਟ ਤੇ ਨਹੀਂ ਮੰਨਣਾ। ਪੂਰੀ ਵਰਲਡ ਵਾਈਡ ਸਿੱਖ ਕੌਮ, ਪੂਰੀ ਵਰਲਡ ਵਾਈਡ ਦੁਨੀਆ ਦੇ ਅੱਜ ਲੋਕ ਤੁਹਾਡੇ ਨਾਲ ਨੇ। ਸੋ ਸਾਰੇ ਹੀ ਕੈਲੀਫੋਰਨੀਆ ਦੀ ਸੰਗਤ ਵੱਲੋਂ ਤੁਹਾਡੀ ਪੂਰੀ ਠੋਕ ਕੇ ਮਦਦ ਦਾ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ। ਅਸੀਂ ਫਿਰ ਇੱਕ ਵਾਰੀ ਨਾਅਰਾ ਲਾ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸੋ ਅਸੀਂ ਇਸ ਨਾਅਰਿਆਂ ਦੇ ਨਾਲ ਸਾਰੀ ਸੰਗਤ ਵੱਲੋਂ ਤੁਹਾਨੂੰ ਫਤਿਹ ਬੁਲਾਉਂਦੇ ਹਾਂ ਤੇ ਹੁਕਮ ਬੇਨਤੀ ਕਰਦੇ ਹਾਂ ਕਿ ਤੁਸੀਂ ਡਟੇ ਰਹੋ ਮੋਰਚੇ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ, ਜਿਹਦੇ ਵਿੱਚ ਸਾਡੀਆਂ ਲਗਭਗ ਕੈਲੀਫੋਰਨੀਆ ਦੀਆਂ 80 ਜਥੇਬੰਦੀਆਂ ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤੇ ਇਹਦੇ ਨਾਲ ਬਾਕੀ ਦੀਆਂ ਸਟੇਟਸ ਤੋਂ ਸਾਡੇ ਨਾਲ ਕਾਫੀ ਗੁਰੂ ਘਰ ਦੀਆਂ ਕਮੇਟੀਜ਼ ਤੇ ਕੁਝ ਆਰਗੇਨਾਈਜੇਸ਼ਨ ਜੁੜੀਆਂ ਹੋਈਆਂ ਸੀ ਜ਼ੂਮ ਦੇ ਰਾਹੀਂ। ਅਸੀਂ ਇੱਥੇ ਅੱਗੇ ਬਹੁਤ ਅਹਿਮ ਮੀਟਿੰਗ ਸੀਗੀ, ਜਿਹੜਾ ਦਿੱਲੀ ਦੇ ਵਿੱਚ ਸਾਡੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਉਹਦੇ ਹੱਕ ਦੇ ਵਿੱਚ ਅਸੀਂ ਇੱਥੇ ਕੁਝ ਫੈਸਲੇ ਲਏ ਨੇ। ਸਾਰੀ ਅਮਰੀਕਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਉਹ ਜਿਹੜੇ ਐਲਾਨ ਕੀਤੇ ਨੇ ਇੱਥੋਂ, ਇਹਦੇ ਨਾਲ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਸਾਡੇ ਲੋਕ ਉੱਥੇ ਸੰਘਰਸ਼ ਕਰ ਰਹੇ ਨੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਾਰੇ ਅਮਰੀਕਾ ਦੀ ਸੰਗਤ ਤੁਹਾਡੇ ਨਾਲ ਹੈ। ਅਸੀਂ ਤੁਹਾਡੀ ਉਦੋਂ ਤੱਕ ਸਪੋਰਟ ਕਰਦੇ ਰਹਾਂਗੇ ਜਦੋਂ ਤੱਕ ਤੁਸੀਂ ਜਿੱਤ ਨਹੀਂ ਜਾਂਦੇ। ਇਹਦੇ ਨਾਲ ਹੀ ਅਸੀਂ ਇੱਕ ਨਾਅਰਾ ਲਾਵਾਂਗੇ ਜੀ, ਇਹ ਨਾਅਰਾ ਬਹੁਤ ਜ਼ਰੂਰੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।